ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ। ਆਰੰਭਤਾ ਵਾਲੇ ਦਿਨ ਵੀ ਬੇਨਤੀ ਕੀਤੀ ਸੀ, ਸੰਗਤਾਂ ਨੂੰ ਫਿਰ ਯਾਦ ਹੋਵੇ। ਅੱਜ ਹੋਰ ਵੀ ਸੰਗਤਾਂ ਸੰਮਿਲਿਤ ਹੋਈਆਂ ਹਨ, ਉਹਨਾਂ ਦੀ ਜਾਣਕਾਰੀ ਵਾਸਤੇ ਵੀ ਬੇਨਤੀ। ਸਤਿਗੁਰੂ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਏਕਾ ਅੰਗ ਲਿਖਿਆ ਹੈ। ਇੱਕ, ਇਸ ਨੂੰ ਆਪਾਂ ਕਿਤੇ ਇੱਕ ਬੋਲ ਦਿੰਦੇ ਹਾਂ, ਕਿਤੇ ਹੋਰ ਤਰੀਕੇ ਨਾਲ ਬੋਲਦੇ ਹਾਂ। ਇੱਕ ਬੋਲਣਾ ਹੈ ਸ਼ੁੱਧ ਗੁਰਮੁਖੀ ਭਾਸ਼ਾ ਵਿੱਚ, ਪੰਜਾਬੀ ਵਿੱਚ। ਇੱਕ ਬੋਲ ਕੇ ਓੰਕਾਰ, ਏਕਮਕਾਰ ਇਕੱਠਾ ਨਹੀਂ ਕਹਿ ਦੇਣਾ। ਕਈ ਏਕਮਕਾਰ ਕਹਿ ਦਿੰਦੇ ਨੇ, ਕਈ ਕੱਕੇ 'ਤੇ ਟਿੱਪੀ ਲਾ ਲੈਂਦੇ ਨੇ, ਕਈ ਨਾਲ ਮੰਮੇ ਦਾ ਉਚਾਰਨ ਕਰ ਲੈਂਦੇ ਨੇ, ਕਈ ਏਕੋਂਕਾਰ ਕਹਿ ਕੇ ਸਾਰ ਲੈਂਦੇ ਨੇ। ਇਉਂ ਨਹੀਂ ਹੋਵੇਗਾ। ਇੱਕ ਵੱਖਰੇ ਤੌਰ 'ਤੇ ਪਹਿਲਾਂ ਬੋਲ ਕੇ ਫਿਰ ਓੰਕਾਰ। ਓੰ ਜੋ ਖੁੱਲ੍ਹੇ ਮੂੰਹ ਵਾਲਾ ਓੜਾ ਹੈ, ਸੋ ਇਸ ਨੂੰ ਓਵੰ ਰੂਪ ਵਿੱਚ ਉਚਾਰਨ ਕਰਨਾ ਹੈ। ਅਤੇ ਜੋ ਉੱਪਰ ਸਾਨੂੰ ਲਕੀਰ ਲੱਗੀ ਹੋਈ ਨਜ਼ਰ ਆਉਂਦੀ ਹੈ, ਲਕੀਰ ਨੂੰ ਕਾਰ ਕਿਹਾ ਜਾਂਦਾ ਹੈ। ਓੰਕਾਰ, ਊੜੇ 'ਤੇ ਹੋੜਾ, ਐੜੇ 'ਤੇ ਟਿੱਪੀ ਅਤੇ ਅੱਗੇ ਕੱਕੇ ਕੰਨਾ ਰਾਰਾ, ਓੰਕਾਰ। ਇਉਂ ਇਸ ਦਾ ਉਚਾਰਨ ਕਰਨਾ ਹੈ। ਕਾਹਲੀ ਨਹੀਂ ਕਰਨੀ, ਬੜੇ ਠਰੰਮੇ ਨਾਲ, ਠਹਿਰਾ ਨਾਲ, ਪ੍ਰੇਮ ਦੇ ਨਾਲ। ਇੱਕ ਓੰਕਾਰ। ਜਦੋਂ ਓੰਕਾਰ ਕਹਿਣਾ ਤਾਂ ਇੱਕ ਦੇ ਕੱਕੇ ਉੱਪਰ ਜਾ ਕੇ ਹੋੜਾ ਨਾ ਜੁੜ ਜਾਵੇ। ਇੱਕ ਓੰਕਾਰ, ਇਉਂ ਨਹੀਂ ਹੋਵੇਗਾ। ਇੱਕ ਪੂਰਾ ਬੋਲ ਕੇ ਫੇਰ ਓੰਕਾਰ। ਇੱਕ ਓੰਕਾਰ। ਵਾਰ-ਵਾਰ ਤਾਂ ਬੇਨਤੀ ਕਰ ਰਹੇ ਹਾਂ, ਆਪ ਜੀ ਨੂੰ ਨਿਸ਼ਚੇ ਹੋ ਜਾਵੇ, ਪੂਰੀ ਤਰ੍ਹਾਂ ਸਮਝ ਲੱਗ ਜਾਵੇ। ਹਾਂਜੀ। ਇੱਕ ਓੰਕਾਰ ਸਤਿਨਾਮ। ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ, ਗੁਰ ਪ੍ਰਸਾਦ। ਨਿਰਭਉ, ਕਈ ਸਾਡੇ ਵੀਰ ਭੈਣਾਂ ਨਿਰਭਉ ਬੋਲ ਜਾਂਦੇ ਨੇ। ਨਿਰਭਉ ਇਉਂ ਨਹੀਂ ਬੋਲਣਾ। ਊੜੇ ਦੀ ਔਂਕੜ ਦਾ ਉਚਾਰਨ ਨਿਰਭਉ। ਇਹਦੇ ਤੋਂ ਪਹਿਲਾਂ ਕਰਤਾ ਪੁਰਖ। ਪੁਰਖ ਜਦੋਂ ਆਪਾਂ ਬੋਲਦੇ ਹਾਂ ਤਾਂ ਖੱਖੇ ਦੀ ਆਵਾਜ਼ ਮੂੰਹ ਵਿੱਚ ਹੀ ਗੁਪਤ ਨਹੀਂ ਕਰ ਜਾਣੀ। ਆਮ ਜੀਵ ਬੋਲ ਜਾਂਦੇ ਨੇ ਕਰਤਾ ਪੁਰਖ, ਬਸ ਇੱਥੇ ਹੀ ਰੁਕ ਗਏ। ਖੱਖੇ ਦਾ ਉਚਾਰਨ ਪੂਰਾ ਹੋਵੇ, ਜਿਵੇਂ ਭਾਈ ਸਾਹਿਬ ਜੀ ਪਾਸੋਂ ਆਪ ਜੀ ਨੇ ਸੁਣਿਆ। ਕਰਤਾ ਪੁਰਖ ਇਉਂ ਪੂਰਾ ਉਚਾਰਨ ਕਰਨਾ ਹੈ। ਨਿਰਭਉ, ਨਿਰਵੈਰ, ਅਕਾਲ ਮੂਰਤ। ਮੰਮੇ ਨੂੰ ਦੁਲੈਂਕੜ ਹੈ। ਇੱਥੇ ਵੀ ਕਾਲੀ ਵਿੱਚ ਮੁਰਤ ਬੋਲ ਜਾਂਦੇ ਨੇ, ਅਕਾਲ ਮੁਰਤ, ਜੋ ਕਿ ਬਿਲਕੁਲ ਹੀ ਗਲਤ ਹੈ। ਮੂਰਤ। ਅਜੂਨੀ, ਅਜੂਨੀ, ਜੁੰਨੀ ਨਹੀਂ ਬੋਲਣਾ। ਬਹੁਤਾ ਬੋਲਣ ਦੇ ਵਿੱਚ, ਸੁਣਨ ਵਿੱਚ ਇਉਂ ਆਉਂਦਾ ਕਿ ਅਜੂਨੀ ਬੋਲ ਜਾਂਦੇ ਨੇ। ਅਜੂਨੀ, ਦੋ ਲਫ਼ਜ਼ਾਂ ਦਾ ਸੁਮੇਲ ਹੈ, ਐੜਾ ਅਤੇ ਅੱਗੇ ਜੂਨੀ। ਅਜੂਨੀ, ਜੂਨਾਂ ਤੋਂ ਰਹਿਤ ਹੈ, ਅਜਨਮਾ ਰੂਪ ਹੈ। ਅੱਡ ਅੱਡ ਕਰਕੇ ਬੋਲਣਾ ਨਹੀਂ, ਇਹ ਸਿਰਫ ਸਮਝਾਉਣ ਲਈ ਬੇਨਤੀ ਕੀਤੀ ਹੈ। ਅਜੂਨੀ ਸੈਭੰ, ਸੈਭੰ ਨਹੀਂ ਬੋਲਣਾ, ਜਾਂ ਸੈਭੰਗ ਨਹੀਂ ਬੋਲਣਾ। ਸੈਭੰਗ ਕਰਕੇ ਵੀ ਨਹੀਂ ਬੋਲਣਾ। ਜਦੋਂ ਆਪਾਂ ਭੱਬੇ ਉੱਪਰ ਟਿੱਪੀ ਬੋਲਾਂਗੇ, ਇਸ ਦੀ ਆਵਾਜ਼ ਸਾਡੇ ਗਲੇ ਵਿੱਚ ਖਤਮ ਹੋਵੇਗੀ। ਸੈਭੰ, ਬਸ ਇਸ ਤੋਂ ਅੱਗੇ ਕਿਸੇ ਅੱਖਰ ਦਾ ਉਚਾਰਨ ਨਹੀਂ ਹੋਵੇਗਾ। ਇਹ ਆਪ ਜੀ ਨੇ ਚੇਤਾ ਰੱਖਣਾ ਜੀ। ਜਪ ਆਦਿ ਸੱਚ ਜੁਗਾਦਿ ਸੱਚ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਚੁੱਪਾ ਚੁੱਪ ਨਾ ਹੋਵਈ। ਆਮ ਤੌਰ 'ਤੇ ਅੱਜ ਕੱਲ੍ਹ ਆਪਾਂ ਕੀ ਵੇਖਦੇ ਸੁਣਦੇ ਹਾਂ, ਰੁਝਾਨ ਹੀ ਐਸਾ ਚੱਲ ਗਿਆ ਕਿ ਦੁਲਾਵਾਂ ਦਾ ਉਚਾਰਨ ਕੀਤਾ ਹੀ ਨਹੀਂ ਜਾਂਦਾ। ਬੜੇ ਬੜੇ ਅਖੰਡ ਪਾਠ ਸਾਹਿਬ ਦੀਆਂ ਰੌਲਾ ਲਾਉਣ ਵਾਲੇ ਵੀ ਜਿਹੜੇ ਪਾਠੀ ਨੇ, ਬੜੀ ਅਣਗਹਿਲੀ ਵਰਤਦੇ ਨੇ।
ਦੁਲਾਮ ਦਾ ਉਚਾਰਨ ਹੀ ਨਹੀਂ ਕਰਦੇ। ਆਮ ਤੌਰ 'ਤੇ ਸੁਣਿਆ ਜਾਂਦਾ ਸੋਚੇ ਸੋਚ ਨਾ ਹੋਵਈ, ਚੁੱਪੇ ਚੁੱਪ ਨਾ ਹੋਵਈ, ਪਰ ਦੁਲਾਵਾਂ ਦਾ ਉਚਾਰਨ ਕਰਨਾ ਹੈ। ਜਿੱਥੇ ਦੁਲਾਵਾਂ ਲੱਗੀਆਂ ਦੁਲਾਵਾਂ ਹੀ ਬੋਲਣੀਆਂ, ਜਿੱਥੇ ਇੱਕ ਲਾਮ ਹੈ ਉੱਥੇ ਇੱਕ ਲਾਮ ਦਾ ਉਚਾਰਨ ਕਰਨਾ ਹੈ। ਭਾਈ ਸਾਹਿਬ ਜੀ ਨੇ ਪਾਠ ਕੀਤਾ ਸੋਚੈ ਸੋਚ ਨਾ ਹੋਵਈ, ਭਾਵ ਕਿ ਸੋਚੈ ਤੇ ਜਮਕ ਹੈ, ਸੋਚੈ ਸੋਚ ਇਕੱਠਾ ਨਹੀਂ ਹੈ। ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ, ਲੱਖ ਵੱਖਰਾ ਵਾਰ ਵੱਖਰਾ। ਇਸੇ ਤਰ੍ਹਾਂ ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ। ਇੱਥੇ ਬੇਨਤੀ ਹੈ, ਆਮ ਤੌਰ 'ਤੇ ਕਈ ਗੁਟਕਿਆਂ ਵਿੱਚ ਆਪਾਂ ਦਰਸ਼ਨ ਕਰਦੇ ਹਾਂ ਕਿ ਚੁੱਪੈ ਚੁੱਪ ਨਾ ਹੋਵਈ, ਪੱਪੇ ਦੇ ਨਾਲ ਸਿਹਾਰੀ ਨਹੀਂ ਲੱਗੀ ਹੁੰਦੀ, ਪਰ ਪੁਰਾਤਨ ਰੂਪ ਵਿੱਚ ਇਹ ਸਿਹਾਰੀ ਇੱਥੇ ਮੌਜੂਦ ਹੈ। ਚੁੱਪ ਨਾ ਹੋਵਈ, ਚੁੱਪੈ ਚੁੱਪ ਨਾ ਹੋਵਈ। ਵਿਸਰਾਮ ਤੋਂ ਪਹਿਲਾਂ ਜਿੱਥੇ ਭਾਈ ਸਾਹਿਬ ਜੀ ਰੁਕਦੇ ਨੇ, ਇਹ ਖਿਆਲ ਰੱਖਣਾ ਕਿ ਉੱਥੇ ਜਮਕ ਲੱਗਦੀ ਹੈ, ਭਾਵ ਅਰਧ ਵਿਸ਼ਰਾਮ ਲੱਗਦਾ ਹੈ। ਅਤੇ ਜਿੱਥੇ ਪੂਰਨ ਤੌਰ 'ਤੇ ਵਿਸ਼ਰਾਮ ਲਾ ਕੇ ਰੁਕਦੇ ਨੇ, ਇਹ ਵੀ ਆਪ ਜੀ ਨੇ ਯਾਦ ਰੱਖਣਾ ਜੀ। ਹੋਵੀ ਦਾ ਉਚਾਰਨ ਵੀ ਦੱਸੋ ਜੀ। ਹਾਂਜੀ ਹਾਂਜੀ, ਕਈ ਹੋਵੀ ਪੜ੍ਹ ਜਾਂਦੇ ਨੇ, ਚੁੱਪੈ ਚੁੱਪ ਨਾ ਹੋਵਈ। ਹੋਵੀ ਤਾਂ ਬਣੇਗਾ ਜੇ ਵੱਵੇ ਨੂੰ ਬਿਹਾਰੀ ਹੋਵੇ ਤਾਂ। ਚੁੱਪੈ ਚੁੱਪ ਨਾ ਹੋਵਈ, ਈੜੀ ਦਾ ਉਚਾਰਨ ਬਿਹਾਰੀ ਈੜੀ ਨੂੰ ਲੱਗੇਗੀ। ਹਾਂਜੀ, ਚੁੱਪੈ ਚੁੱਪ ਨਾ ਹੋਵਈ, ਜੇ ਲਾਇ ਰਹਾ ਲਿਵਤਾਰ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ। ਬੰਨਾ ਥੋੜਾ ਕੱਸ ਕੇ, ਬੰਨਣ ਤੋਂ ਭਾਵ ਹੈ, ਇਸ ਲਈ ਬੰਨਾ ਪੋਲਾ ਨਹੀਂ ਬੋਲਣਾ, ਬੰਨਾ ਪੁਰੀਆ ਭਾਰ। ਸਹਸ ਸਿਆਣਪਾ ਲੱਖ ਹੋਏ, ਤਾਂ ਇੱਕ ਨਾ ਚੱਲੈ ਨਾਲ। ਸਹਸ ਸਿਆਣਪਾ ਲੱਖ ਹੋਏ, ਹੋਏ ਆਰੰਭ ਵਿੱਚ ਵੀ ਬੇਨਤੀ ਕੀਤੀ ਸੀ। ਤਿੰਨ ਮਾਤਰਾ ਲਘੂ ਮਾਤਰਾ ਕਹੀਆਂ ਜਾਂਦੀਆਂ, ਬਾਕੀ ਸਾਰੀਆਂ ਦੀਰਘ ਹਨ। ਮੁਕਤਾ, ਔਂਕੜ ਔਰ ਸਿਹਾਰੀ ਇਹ ਲਘੂ ਮਾਤਰਾ ਹੈ, ਛੋਟੀ ਮਾਤਰਾ ਹੈ। ਔਰ ਬਾਕੀ ਸਾਰੀਆਂ ਜਿਹੜੀਆਂ ਮਾਤਰਾ ਨੇ, ਬਿਹਾਰੀ, ਦੁਲੈਂਕੜ, ਲਾਮ, ਦੁਲਾਮ, ਹੋੜਾ, ਕਨੌੜਾ, ਇਹ ਸਾਰੀਆਂ ਦੀਰਘ ਮਾਤਰਾ ਨੇ। ਔਰ ਜਿਹੜਾ ਬੋਲਣ ਦਾ ਨਿਯਮ ਹੁੰਦਾ ਹੈ, ਦੀਰਘ ਮਾਤਰਾ ਦਾ ਵਕਤ ਲਘੂ ਮਾਤਰਾ ਦੇ ਨਾਲੋਂ ਦੁੱਗਣਾ ਹੋਇਆ ਕਰਦਾ ਬੋਲਣ ਦੇ ਵਿੱਚ। ਇਸ ਵਾਸਤੇ ਜਿੱਥੇ ਤਾਂ ਦੋਵੇਂ ਹੀ ਦੀਰਘ ਮਾਤਰਾ ਆਉਣ, ਜਿਵੇਂ ਇੱਥੇ ਹਾਹੇ ਨੂੰ ਹੋੜਾ ਹੈ, ਜੇ ਹਾਹੇ ਨੂੰ ਲਾਮ ਲੱਗੀ ਹੋਵੇ ਤਾਂ ਫਿਰ ਆਪਾਂ ਬੋਲਦੇ ਹੋਹੇ, ਪਰ ਇੱਥੇ ਸਿਹਾਰੀ ਹੈ, ਇਸ ਲਈ ਹੋੜੇ ਨੂੰ ਆਵਾਜ਼ ਜ਼ਿਆਦਾ ਆਵੇਗੀ, ਸਿਹਾਰੀ ਨੂੰ ਘੱਟ ਆਵੇਗੀ। ਸਹਸ ਸਿਆਣਪਾ ਲੱਖ ਹੋਹੇ, ਹੋਹੇ ਨਹੀਂ ਬੋਲਣਾ, ਭਾਵ ਲਾਮ ਨਹੀਂ ਬਣਾਉਣਾ ਸਿਹਾਰੀ ਨੂੰ, ਲੱਖ ਹੋਹੇ ਇਉਂ ਉਚਾਰਨ ਕੀਤਾ ਜਾਵੇਗਾ। ਇਸੇ ਤਰ੍ਹਾਂ ਜੋ ਅੱਗੇ ਪਾਠ ਆਉਣਗੇ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਇਸੇ ਤਰ੍ਹਾਂ ਸਾਰੇ ਪਾਠ ਇਹ ਆਉਣਗੇ ਜੀ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਆਕਾਰ ਆਮ ਤੌਰ 'ਤੇ ਆਪਾਂ ਆਕਾਰ ਪੜ੍ਹ ਜਾਂਦੇ ਹਾਂ, ਐੜੇ ਦਾ ਕੰਨਾ ਖਿਆਲ ਵਿੱਚ ਰੱਖਣਾ। ਕਿਹਾ ਵੀ ਪੜ੍ਹ ਜਾਂਦੇ ਆਪਾਂ, ਕੱਕੇ ਨੂੰ ਸਿਹਾਰੀ ਲਾ ਕੇ, ਹਾਹੇ ਨੂੰ ਕੰਨਾ। ਜਿਹੜੀ ਅੱਜ ਕੱਲ੍ਹ ਦੀ ਪੰਜਾਬੀ ਹੈ ਅਤੇ ਜਿਹੜੀ ਗੁਰੂ ਸਾਹਿਬ ਜੀ ਦੀ ਗੁਰਮੁਖੀ ਦੇ ਅੱਖਰ ਹਨ, ਇਹਦਾ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ। ਅੱਜ ਅਸੀਂ ਪੜ੍ਹਦੇ ਹਾਂ ਕਿਹਾ, ਕੱਕੇ ਨੂੰ ਸਿਹਾਰੀ ਅਤੇ ਹਾਹੇ ਨੂੰ ਕੰਨਾ, ਪਰ ਗੁਰਬਾਣੀ ਵਿੱਚ ਐਸਾ ਨਹੀਂ ਹੈ। ਗੁਰਬਾਣੀ 'ਚ ਕਹਿਆ, ਰਹਿਆ, ਇਹ ਬਹੁਤ ਜਗ੍ਹਾ 'ਤੇ ਆਏਗਾ। ਰਾਰਾ ਹਾਹੇ ਨੂੰ ਸਿਹਾਰੀ, ਐੜੇ ਨੂੰ ਕੰਨਾ, ਰਹਿਆ ਅਸੀਂ ਰਿਹਾ ਬੋਲਦੇ ਹਾਂ। ਕੱਕੇ ਨੂੰ ਕੱਕਾ ਮੁਕਤਾ, ਹਾਹੇ ਨੂੰ ਸਿਹਾਰੀ ਅਤੇ ਐੜੇ ਨੂੰ ਕੰਨਾ, ਕਹਿਆ ਅਸੀਂ ਕਿਹਾ ਬੋਲਦੇ ਹਾਂ। ਇਹ ਚੀਜ਼ਾਂ ਦਾ ਖਿਆਲ ਰੱਖੋ। ਹਾਂਜੀ। ਹੁਕਮੀ ਹੋਵਨ ਜੀ,
ਹੁਕਮ ਮਿਲੈ ਵਡਿਆਈ। ਹੁਕਮੀ ਹੋਮਨ ਜੀ, ਐੜੇ ਦਾ ਸਪਸ਼ਟ ਉਚਾਰਨ ਭਾਈ ਸਾਹਿਬ ਜੀ ਨੇ ਕੀਤਾ ਹੈ। ਇਹ ਸਦਾ ਕਰਨਾ ਹੈ, ਇਸ ਨੂੰ ਛੱਡਣਾ ਨਹੀਂ। ਅੱਗੇ ਹੈ ਹੁਕਮ ਮਿਲੈ ਵਡਿਆਈ। ਹੁਕਮ ਮੰਮਾ ਲੱਗਾ ਹੈ ਨਾ ਅਖੀਰ ਦੇ ਵਿੱਚ, ਤੇ ਮਿਲੈ ਫੇਰ ਮੰਮਾ ਆ ਗਿਆ, ਤੇ ਆਪਾਂ ਇੱਥੇ ਕਾਲੀ ਵਿੱਚ ਪੜ੍ਹਦੇ ਹਾਂ ਹੁਕਮ ਮਿਲੈ ਵਡਿਆਈ। ਇਹਦੇ ਵਿੱਚ ਇੱਕ ਮੰਮਾ ਜਾਂ ਤਾਂ ਗੁਪਤ ਹੋ ਗਿਆ ਤੇ ਜਾਂ ਵਿੱਚੋਂ ਅੱਧਾ ਕੱਟਿਆ ਗਿਆ। ਇਸ ਲਈ ਹੁਕਮ ਮਿਲੈ ਵਡਿਆਈ ਸਿੱਧਾ ਨਹੀਂ ਬੋਲਣਾ, ਹੁਕਮ ਮਿਲੈ ਵਡਿਆਈ। ਮੰਮਾ ਅੱਖਰ ਬੋਲਦਿਆਂ ਬੁੱਲ ਜੁੜਦੇ ਨੇ, ਹੁਕਮ ਬੋਲ ਕੇ ਪਹਿਲਾਂ ਬੁੱਲਾਂ ਨੂੰ ਖੋਲ੍ਹਣਾ ਹੈ। ਹੁਕਮ ਮਿਲੈ ਵਡਿਆਈ, ਇਉਂ ਵੱਖਰਾ ਵੱਖਰਾ ਕਰਨਾ ਹੈ ਜੀ। ਹੁਕਮੀ ਉੱਤਮ ਨੀਚ, ਹੁਕਮ ਲੇਖ ਦੁਖ ਸੁਖ ਪਾਈਆ ਹੈ। ਇਕ ਨਾ ਹੁਕਮੀ ਬਖਸ਼ੀਸ, ਇਕ ਹੁਕਮੀ ਸਦਾ ਭਵਾਈਆ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਇ। ਨਾਨਕ ਹੁਕਮੈ ਜੇ ਬੁੱਝੈ, ਤਾ ਹਉਮੈ ਕਹੈ ਨਾ ਕੋਇ। ਹੁਕਮੈ ਅੰਦਰ ਸਭ ਕੋ, ਇੱਥੇ ਵਿਸਰਾਮ ਹੈ। ਇਉਂ ਨਹੀਂ ਹੈ ਕਿ ਹੁਕਮੈ ਅੰਦਰ ਸਭ ਕੋ ਬਾਹਰ, ਇਉਂ ਨਹੀਂ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਸਰਵਣ ਕੀਤਾ ਭਾਈ ਸਾਹਿਬ ਜੀ ਤੋਂ ਆਪ ਜੀ ਨੇ, ਕੋਏ ਕਰਕੇ ਨਹੀਂ ਬੋਲਣਾ। ਇਹ ਨਹੀਂ ਕਿ ਹੁਕਮ ਬਾਹਰ ਹੁਕਮ ਨਾ ਕੋਏ, ਇਉਂ ਨਹੀਂ, ਕੋਏ ਇਉਂ ਬੋਲਣਾ ਹੈ। ਫਿਰ ਅੱਗੇ ਨਾਨਕ ਹੁਕਮੈ ਜੇ ਬੁੱਝੈ, ਬੁੱਝਣ ਤੋਂ ਸਮਝਣ ਤੋਂ ਭਾਵ ਹੈ, ਇਸ ਲਈ ਬੁੱਝੈ ਬੋਲਣਾ, ਬੁਝੈ ਨਹੀਂ। ਅੱਗੇ ਤੱਤਾ ਮੁਕਤਾ ਹੈ। ਅਸੀਂ ਕੀ ਬੋਲਦੇ ਹਾਂ? ਤਾਂ ਹਉਮੈ ਕਹੈ ਨਾ ਕੋਏ। ਤਾਂ ਦਾ ਉਚਾਰਨ ਕਿਸੇ ਤਰ੍ਹਾਂ ਵੀ ਨਹੀਂ ਇੱਥੇ ਬਣੇਗਾ। ਤਾਂ ਤਦ ਬਣੇ ਜੇ ਕੰਨਾ ਲੱਗਾ ਤੇ ਉੱਪਰ ਬਿੰਦੀ ਵੀ ਲੱਗੀ ਹੋਵੇ। ਇਸ ਦਾ ਉਚਾਰਨ ਹੋਵੇਗਾ ਤਾਂ ਹਉਮੈ ਕਹੈ ਨਾ ਕੋਏ। ਜਿੱਥੇ ਵੀ ਤੱਤਾ ਜਾਂ ਨੰਨਾ ਮੁਕਤਾ ਆਉਂਦਾ ਹੈ ਇਕੱਲਾ, ਉਥੇ ਤਾ ਜਾਂ ਨਾ ਕਦੇ ਵੀ ਨਹੀਂ ਬੋਲਣਾ। ਤਾ ਨਾ, ਇਉਂ ਇਸ ਦਾ ਉਚਾਰਨ ਹੋਣਾ ਹੈ ਜੀ। ਗਾਵੈ ਕੋ ਤਾਣ, ਹੋਵੈ ਕਿਸੈ ਤਾਣ। ਗਾਵੈ ਕੋ ਦਾਤ, ਜਾਣੈ ਨੀਸਾਨ। ਗਾਵੈ ਕੋ ਗੁਣ ਵਡਿਆਈਆ ਚਾਰ। ਗਾਵੈ ਕੋ ਵਿਦਿਆ ਵਿਖਮ ਵਿਚਾਰ। ਗਾਵੈ ਕੋ ਤਾਣ, ਹੋਵੈ ਕਿਸੈ ਤਾਣ। ਗਾਵੈ ਕੋ ਦਾਤ, ਜਾਣੈ ਨੀਸਾਨ। ਇਹਨਾਂ ਦੋਹਾਂ ਪੰਕਤੀਆਂ ਦੇ ਵਿਸਰਾਮ ਇਸ ਪ੍ਰਕਾਰ ਹਨ ਜਿਵੇਂ ਆਪ ਜੀ ਨੇ ਸਰਵਣ ਕੀਤੇ। ਬਾਕੀ ਅਗਲੀਆਂ ਸਾਰੀਆਂ ਪੰਕਤੀਆਂ ਦੇ ਵਿਸਰਾਮ ਕੋ 'ਤੇ ਲੱਗ ਰਹੇ ਨੇ। ਇੱਥੇ ਵੀ ਅਸੀਂ ਕੋ ਬੋਲਦੇ ਹਾਂ, ਆਮ ਤੌਰ 'ਤੇ ਹੋੜੀ ਨੂੰ ਪੂਰੀ ਆਵਾਜ਼ ਨਹੀਂ ਦਿੰਦੇ, ਔਂਕੜੀ ਬਣ ਕੇ ਰਹਿ ਜਾਂਦੀ ਹੈ। ਗਾਵੈ ਕੋ ਤਾਣ, ਹੋਵੈ ਕਿਸੈ ਤਾਣ। ਗਾਵੈ ਕੋ ਦਾਤ, ਜਾਣੈ ਨੀਸਾਨ। ਇਹ ਗੱਲ ਨਹੀਂ ਬਣਦੀ। ਪੂਰਾ ਹੋੜਾ ਬੋਲੀਏ। ਗਾਵੈ ਕੋ ਤਾਣ, ਹੋਵੈ ਕਿਸੈ ਤਾਣ। ਗਾਵੈ ਕੋ ਦਾਤ, ਜਾਣੈ ਨੀਸਾਨ। ਗਾਵੈ ਕੋ ਗੁਣ ਵਡਿਆਈਆ ਚਾਰ। ਗਾਵੈ ਕੋ ਵਿਦਿਆ ਵਿਖਮ ਵਿਚਾਰ। ਵਿਚਾਰ ਬਿਹਾਰੀ ਹੈ ਵਵੇ ਨੂੰ, ਵਿਚਾਰ ਨਹੀਂ ਕਹਿਣਾ, ਵਿਚਾਰ ਬੋਲਣਾ ਹੈ ਜੀ। ਗਾਵੈ ਕੋ ਸਾਜ ਕਰੇ ਤਨ ਖੇਹ। ਗਾਵੈ ਕੋ ਜੀ ਲੈ ਫਿਰ ਦੇਹ। ਗਾਵੈ ਕੋ ਜਾਪੈ ਦਿਸਾ ਦੂਰ। ਗਾਵੈ ਕੋ ਵੇਖੈ ਹਾਦਰਾ ਹਦੂਰ। ਕਥਨਾ ਕਥੀ ਨ ਆਵੈ ਤੋਟ। ਕਥ ਕਥ ਕਥੀ ਕੋਟੀ ਕੋਟ ਕੋਟ। ਦੇਦਾ ਦੇ ਲੈਂਦੇ ਥੱਕ ਪਾਹਿ। ਗਾਵੈ ਕੋ ਸਾਜ ਕਰੇ ਤਨ ਖੇਹ। ਗਾਵੈ ਕੋ ਜੀਅ ਲੈ ਫਿਰ ਦੇਹ। ਇੱਥੇ ਹਾਹੇ ਨੂੰ ਸਿਹਾਰੀ ਆਪਣੇ ਕੋਲੋਂ ਨਹੀਂ ਲਾਉਣੀ, ਦੇਹ ਖੇਹ ਨਹੀਂ ਬੋਲਣਾ। ਬੜਾ ਹੀ ਸਪਸ਼ਟ ਉਚਾਰਨ ਭਾਈ ਸਾਹਿਬ ਜੀ ਕਰ ਰਹੇ ਨੇ। ਆਪ ਜੀ ਨੇ ਇਸ ਉਚਾਰਨ ਨੂੰ ਧਿਆਨਪੂਰਵਕ ਸੁਣ ਕੇ ਆਪਣੇ ਜ਼ਿਹਨ ਵਿੱਚ ਵਸਾ ਕੇ ਰੱਖਣਾ ਹੈ ਜੀ।
ਦੇਂਦਾ ਦੇ ਲੈਂਦੇ ਥੱਕ ਪਾਹੇ। ਜੁਗਾ ਜੁਗੰਤਰ ਖਾਹੀ ਖਾਹੇ। ਹੁਕਮੇ ਹੁਕਮ ਚਲਾਏ ਰਾਹ। ਨਾਨਕ ਵਿਗਸੈ ਵੇ ਪਰਵਾਹ। ਰਾਹ ਵੇ ਪਰਵਾਹ, ਔਂਕੜ ਲੱਗੇ ਹੋਏ ਨੇ ਹਾਹਿਆਂ ਨੂੰ। ਰਾਹ ਵੇ ਪਰਵਾਹ, ਇਉਂ ਸਿੱਧਾ ਨਹੀਂ ਬੋਲਣਾ, ਔਂਕੜਾਂ ਦਾ ਉਚਾਰਨ ਹੋਵੇਗਾ। ਹੁਕਮੀ ਹੁਕਮ ਚਲਾਏ ਰਾਹ। ਨਾਨਕ ਵਿਗਸੈ ਵੇ ਪਰਵਾਹ। ਪਰ ਇੱਥੇ ਇਹ ਵੀ ਖਿਆਲ ਰਹੇ ਕਿ ਔਂਕੜ ਦਾ ਹੋੜਾ ਨਾ ਬਣ ਜਾਵੇ। ਰਾਹੋ ਵੇ ਪਰਵਾਹੋ ਇਉਂ ਵੀ ਨਾ ਬਣੇ। ਜੇ ਕੰਨੇ ਨੂੰ ਜ਼ਿਆਦਾ ਆਵਾਜ਼ ਦੇਵਾਂਗੇ ਤਾਂ ਔਂਕੜ ਦਾ ਉਚਾਰਨ ਆਪੇ ਹੀ ਸ਼ੁੱਧ ਹੋ ਜਾਵੇਗਾ। ਹੁਕਮੀ ਹੁਕਮ ਚਲਾਏ ਰਾਹ। ਨਾਨਕ ਵਿਗਸੈ ਵੇ ਪਰਵਾਹ। ਹਾਂਜੀ। ਸਾਚਾ ਸਾਹਿਬ ਸਾਚ ਨਾਇ। ਭਾਖਿਆ ਭਾਉ ਅਪਾਰ। ਆਖਹ ਮੰਗਹ ਦੇਹ ਦੇਹ। ਦਾਤ ਕਰੇ ਦਾਤਾਰ। ਫੇਰ ਕੇ ਅੱਗਾ ਰਖੀਐ। ਜਿਤ ਦਿਸੈ ਦਰਬਾਰ। ਮੋਹਾਉ ਕੇ ਬੋਲਣ ਬੋਲੀਐ। ਜਿਤ ਸੁਣ ਧਰੇ ਪਿਆਰ। ਫੇਰ ਕੇ ਅੱਗੇ ਰੱਖੀਐ। ਫੇਰ ਕੇ ਅੱਗੇ ਰੱਖੀਐ ਇਕੱਠਾ ਨਹੀਂ ਹੈ। ਫੇਰ ਤੇ ਥੋੜ੍ਹਾ ਜਿਹਾ ਰੁਕ ਕੇ ਅਰਧ ਵਿਰਾਮ ਦੇ ਕੇ ਅੱਗੇ ਰੱਖੀਐ। ਕੇ ਦਾ ਵੀ ਕੇ ਨਾ ਬਣੇ, ਭਾਵ ਸਿਹਾਰੀ ਦੀ ਲਾਮ ਨਾ ਬਣੇ। ਫੇਰ ਕੇ ਅੱਗੇ ਰੱਖੀਐ। ਜਿਤ ਦਿਸੈ ਦਰਬਾਰ। ਮੋਹ ਕੇ ਬੋਲਣ ਬੋਲੀਐ। ਮੋਹ ਤੇ ਵੀ ਰੁਕਾਂਗੇ, ਪਰ ਇੱਥੇ ਅਸੀਂ ਇਸ ਨੂੰ ਮੂੰਹੋਂ ਨਹੀਂ ਬੋਲਣਾ। ਆਮ ਤੌਰ 'ਤੇ ਆਪਾਂ ਸਿੱਧੀ ਪੰਜਾਬੀ ਇੱਥੇ ਬੋਲ ਜਾਂਦੇ ਮੂੰਹੋਂ ਕੇ ਬੋਲਣ ਬੋਲੀਐ। ਮੂੰਹੋਂ ਪਾਠ ਨਹੀਂ। ਨਾ ਤਾਂ ਦੁਲੈਂਕੜ ਹੈ, ਨਾ ਉੱਤੇ ਟਿੱਪੀ ਹੈ, ਅਤੇ ਨਾ ਹੀ ਹਾਹੇ ਉੱਪਰ ਹੋੜਾ ਹੈ, ਨਾ ਬਿੰਦੀ ਹੈ। ਮੰਮੇ ਦਾ ਔਂਕੜ ਮੋਹ, ਹਾਹੇ ਦਾ ਕਨੌੜਾ ਹਾਓ। ਮੋਹਾਓ ਕੇ ਬੋਲਣ ਬੋਲੀਐ। ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸਚ ਨਾਉ। ਅੰਮ੍ਰਿਤ ਵੇਲਾ, ਅੰਮ੍ਰਿਤ ਨਹੀਂ ਬੋਲਣਾ, ਸਿਹਾਰੀ ਦਾ ਖਿਆਲ ਰੱਖਣਾ। ਅੰਮ੍ਰਿਤ ਵੇਲਾ ਸਚ ਨਾਉ। ਅੰਮ੍ਰਿਤ ਵੇਲਾ ਸਚ ਨਾਉ। ਵਡਿਆਈ ਵਿਚਾਰ। ਕਰਮੀ ਆਵੈ ਕੱਪੜਾ। ਨਦਰੀ ਮੋਖ ਦੁਆਰ। ਨਾਨਕ ਏਵੈ ਜਾਣੀਐ। ਸਭ ਆਪੇ ਸਚਿਆਰ। ਨਾਨਕ ਏਵੈ ਜਾਣੀਐ। ਸਭ ਆਪੇ ਸਚਿਆਰ। ਹਾਂਜੀ। ਐਵੇਂ ਪੜ੍ਹ ਜਾਂਦੇ ਆ ਕਈ ਪ੍ਰੇਮੀ, ਉਹਨਾਂ ਦਾ ਸੁਭਾਵਕ ਹੀ ਪੱਕਿਆ ਹੁੰਦਾ ਪਾਠ। ਨਾਨਕ ਐਵੇਂ ਜਾਣੀਏ, ਇੱਦਾਂ ਨਹੀਂ ਹੈ। ਗਿਆਨੀ ਜੀ ਨੇ ਵੀ ਦੱਸਿਆ ਹੈ, ਪਾਠੀ ਸਿੰਘ ਜੀ ਨੇ ਸ਼ੁੱਧ ਪਾਠ ਕੀਤਾ ਹੈ। ਏਵੈ। ਹਾਂਜੀ। ਥਾਪਿਆ ਨਾ ਜਾਏ। ਕੀਤਾ ਨਾ ਹੋਏ। ਆਪੇ ਆਪ ਨਿਰੰਜਨ ਸੋਏ। ਨਿਰੰਜਨ ਜੱਜੇ ਦੀ ਆਵਾਜ਼ ਹੈ ਸਪਸ਼ਟ ਰੂਪ ਵਿੱਚ। ਨਿਰੰਜਨ ਨਹੀਂ ਬੋਲਣਾ। ਆਮ ਤੌਰ 'ਤੇ ਇਹ ਗਲਤੀ ਸੁਣੀ ਦੀ ਹੈ। ਆਪੇ ਆਪ ਨਿਰੰਜਨ ਸੋਏ, ਨਿਰੰਜਨ ਨਹੀਂ ਬੋਲਣਾ, ਨਿਰੰਜਨ। ਜੱਜੇ ਨੂੰ ਸਪਸ਼ਟ ਬੋਲਣਾ ਹੈ ਜੀ। ਜਿਨ ਸੇਵਿਆ ਤਿਨ ਪਾਇਆ ਮਾਨ। ਨਾਨਕ ਗਾਵੀਐ ਗੁਣੇ ਨਿਧਾਨ। ਗਾਵੀਐ ਸੁਣੀਐ ਮਨ ਰਖੀਐ ਭਾਉ। ਦੁਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ। ਗੁਰਮੁਖ ਰਹਿਆ ਸਮਾਈ। ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਜੇ ਹਉ ਜਾਣਾ ਆਖਾ ਨਾਹੀ। ਕਹਿਣਾ ਕਥਨ ਨਾ ਜਾਈ। ਗੁਰਾ ਇਕ ਦੇਹ ਬੁਝਾਈ।
ਸਭਨਾ ਜੀਆ ਕਾ ਇੱਕ ਦਾਤਾ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਇਹ ਸ਼ੁੱਧ ਵਿਸਰਾਮ ਹੈ। ਅੱਜ ਕੱਲ੍ਹ ਬਹੁਤਾ ਪ੍ਰਚਲਨ ਹੋ ਗਿਆ ਜੀ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਸੋ ਇਹ ਨਿਯਮ ਮੁਤਾਬਕ ਠੀਕ ਨਹੀਂ। ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ, ਇਹ ਉਚਾਰਨ ਸ਼ੁੱਧ ਹੈ ਜੀ। ਤੀਰਥ ਗੁਰਾ ਇੱਕ ਦੇਹ ਬੁਝਾਈ, ਬੁਝਾਈ ਥੋੜਾ ਕੱਸ ਕੇ ਬੋਲਣਾ ਹੈ, ਗੁਰਾ ਤੇ ਜਮਕ ਲੱਗੇਗੀ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ। ਕਾਲੀ ਵਿੱਚ ਅਸੀਂ ਇੱਕ ਨੂੰ ਬਹੁਤ ਘੱਟ ਤਵੱਜੋ ਦਿੰਦੇ ਹਾਂ। ਸਭਨਾ ਜੀਆ ਕਾ ਇੱਕ ਦਾਤਾ ਇਉਂ ਬੋਲ ਜਾਂਦੇ ਹਾਂ। ਕਾ ਵੱਖਰਾ ਇੱਕ ਵੱਖਰਾ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਹਾਏ ਕਰੀ। ਤੀਰਥ ਨਹਾਵਾ, ਇੱਥੇ ਨਹਾਵਾ ਤੀਰਥਾਂ 'ਤੇ ਨਹਾਉਣ ਦਾ ਭਾਵ ਹੈ ਨਾ, ਇਸ ਲਈ ਨਹਾਵਾ ਬੋਲਣਾ। ਜੇ ਤਿਸ ਭਾਵਾ, ਵਿਣ ਭਾਣੇ, ਇੱਥੇ ਭਾਈ ਸਾਹਿਬ ਜੀ ਰੁਕੇ ਨੇ ਥੋੜ੍ਹਾ ਜਿਹਾ। ਵਿਣ ਭਾਣੇ ਕੇ ਨਹਾਏ ਕਰੀ, ਇਸੇ ਤਰ੍ਹਾਂ ਹੀ ਰੁਕ ਕੇ ਪਾਠ ਕਰਨਾ ਹੈ ਜੀ। ਜੇਤੀ ਸਿਰਠ ਉਪਾਈ ਵੇਖਾ, ਵਿਣ ਕਰਮਾ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰਜ, ਹੋਰ ਦਸੂਣੀ ਹੋਏ। ਨਵਾ ਖੰਡਾ ਵਿੱਚ ਜਾਣੀਐ, ਨਾਲ ਚੱਲੈ ਸਭ ਕੋਇ। ਚੰਗਾ ਨਾਉ ਰਖਾਇ ਕੈ, ਜਸ ਕੀਰਤ ਜਗ ਲੇ। ਜੇ ਤਿਸ ਨਦਰ ਨਾ ਆਵਈ, ਤਾ ਬਾਤ ਨਾ ਪੁੱਛੈ ਕੇ। ਕੀਟਾ ਅੰਦਰ ਕੀਟ ਕਰ, ਦੋਸੀ ਦੋਸ ਧਰੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਤੇਹਾ ਕੋਈ ਨਾ ਸੁਝਈ, ਜੇ ਤਿਸ ਗੁਣ ਕੋਇ ਕਰੇ। ਜੇ ਤਿਸ ਗੁਣ ਕੋਇ ਕਰੇ, ਇੱਥੇ ਇਸ ਨੂੰ ਜੇ ਨਹੀਂ ਬੋਲਣਾ, ਭਾਵ ਕਿ ਲਾਮ ਦਾ ਉਚਾਰਨ ਨਹੀਂ ਕਰਨਾ। ਜੇ ਤਿਸ ਗੁਣ ਕੋਇ ਕਰੇ। ਸੁਣਿਆ ਸਿੱਧ ਪੀਰ ਸੁਰਨਾਥ, ਸ਼ੁੱਧ ਉਚਾਰਨ ਹੈ ਜੋ ਭਾਈ ਸਾਹਿਬ ਜੀ ਨੇ ਕੀਤਾ ਹੈ। ਸੁਣਿਆ, ਸੁਣੀਐ ਨਹੀਂ ਬੋਲਣਾ। ਨਾਣੇ ਨੂੰ ਸਿਹਾਰੀ ਹੈ, ਬਿਹਾਰੀ ਨਹੀਂ। ਔਰ ਬਿੰਦੀ ਐ ਦੇ ਉੱਪਰ ਆਪਣੇ ਕੋਲੋਂ ਨਹੀਂ ਲਗਾਉਣੀ। ਸੁਣਿਆ, ਸਾਰੀਆਂ ਪੰਕਤੀਆਂ ਦਾ ਪਾਠ ਇਵੇਂ ਹੀ ਹੋਵੇਗਾ। ਥੋੜ੍ਹਾ ਅਭਿਆਸ ਕਰਨਾ ਪਵੇਗਾ ਬੋਲਣ ਦਾ, ਸਤਿਗੁਰੂ ਦੀ ਕਿਰਪਾ ਨਾਲ ਫਿਰ ਸ਼ੁੱਧਤਾ ਹੋ ਜਾਵੇਗੀ। ਸੁਣਿਆ, ਸੁਣਿਆ ਤੋਂ ਭਾਵ ਹੈ ਸੁਣਨ ਦੇ ਨਾਲ। ਸੁਣਿਆ ਸਿੱਧ ਪੀਰ ਸੁਰਨਾਥ। ਸੁਣਿਆ ਧਰਤ ਧਵਲ ਆਕਾਸ, ਸੁਣਿਆ ਦੀਪ ਲੋ ਪਾਤਾਲ। ਸੁਣਿਆ ਕੋਹਿ ਨਾ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ। ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸਰ ਬਰਮਾ ਇੰਦ। ਸੁਣਿਆ ਮੁਖ ਸਾਲਾਹਣ ਮੰਦ, ਸੁਣਿਆ ਜੋਗ ਜੁਗਤ ਤਨ ਭੇਦ। ਜੋਗ ਜੁਗਤ ਤਾਨ ਭੇਦ, ਇੱਥੇ ਦੋ ਤੱਤੇ ਇਕੱਠੇ ਆ ਗਏ।
ਪਹਿਲੇ ਅੱਖਰ ਦੇ ਅਖੀਰ ਵਿੱਚ ਤੇ ਅਗਲੇ ਅੱਖਰ ਦੇ ਆਰੰਭ ਵਿੱਚ। ਸੁਣਿਆ ਜੋਗ ਜੁਗਤ ਤਨ ਭੇਦ, ਇਹ ਗਲਤ ਹੋਵੇਗਾ। ਸੁਣਿਆ ਜੋਗ ਜੁਗਤ ਤਨ ਭੇਦ, ਦੋਹਾਂ ਤੱਤਿਆਂ ਨੂੰ ਨਿਖੇੜ ਕੇ ਬੋਲਣਾ ਹੈ। ਭਾਵ ਅਨੇਕਾਂ ਹੀ ਅੱਖਰ ਗੁਰਬਾਣੀ ਵਿੱਚ ਐਸੇ ਆਉਂਦੇ ਨੇ ਜਿੱਥੇ ਪਹਿਲੇ ਅੱਖਰ ਦੇ ਅਖੀਰ ਵਿੱਚ ਉਹ ਲਫ਼ਜ਼ ਹੁੰਦਾ ਹੈ ਤੇ ਅਗਲੇ ਦੇ ਆਰੰਭ ਵਿੱਚ। ਉਹਨਾਂ ਨੂੰ ਬਿਲਕੁਲ ਨਿਖੇੜ ਕੇ ਪੂਰਾ ਪਾਠ ਕਰਨਾ ਹੈ ਜੀ। ਸੁਣਿਆ ਸਾਸਤ ਸਿਮਰਿਤ ਵੇਦ, ਨਾਨਕ ਭਗਤ ਸਦਾ ਵਿਗਾਸ। ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ। ਸੁਣਿਆ 860 ਕਾ ਇਸਨਾਨ, ਸੁਣਿਆ ਪੜ ਪੜ ਪਾਵਹਿ ਮਾਨ। ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤ ਸਦਾ ਵਿਗਾਸ। ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ। ਸੁਣਿਆ ਸੇਖ ਪੀਰ ਪਾਤਿ ਸਾਹ, ਸੁਣਿਆ ਅੰਧੇ ਪਾਵਹਿ ਰਾਹ। ਸੁਣਿਆ ਹਾਥ ਹੋਵੈ ਅਸਗਾਹ। ਪਹਿਲੀਆਂ ਦੋ ਪੰਕਤੀਆਂ ਦੇ ਜੋ ਅੱਖਰ ਆਏ, ਗਾਹ ਪਾਤ ਸਾਹ, ਇਹ ਹਾਹੇ ਮੁਕਤੇ ਆਏ ਨੇ, ਔਰ ਅਗਲੀਆਂ ਦੋਹਾਂ ਪੰਕਤੀਆਂ ਦੇ ਹਾਹਿਆਂ ਨੂੰ ਔਂਕੜ ਲੱਗੇ ਹੋਏ ਨੇ। ਸੋ ਇਹਦੇ ਵਿੱਚ ਇਹ ਸਪਸ਼ਟ ਫਰਕ ਜਾਣਨਾ ਉਚਾਰਨ ਵਿੱਚ। ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਿ ਸਾਹ। ਸੁਣਿਆ ਅੰਧੇ ਪਾਵਹਿ ਰਾਹੁ, ਸੁਣਿਆ ਹਾਥ ਹੋਵੈ ਅਸਗਾਹੁ। ਰਾਹੁ ਅਸਗਾਹੁ, ਇਉਂ ਔਂਕੜ ਦੀ ਆਵਾਜ਼ ਦੇਣੀ, ਪਰ ਹੋੜਾ ਨਹੀਂ ਬਣਨ ਦੇਣਾ। ਫਿਰ ਬੇਨਤੀ ਕਿ ਜਦੋਂ ਕੰਨੇ ਨੂੰ ਥੋੜ੍ਹਾ ਜਿਹਾ ਵਕਤ ਵੱਧ ਦੇ ਦੇਵਾਂਗੇ ਤਾਂ ਔਂਕੜ ਦਾ ਉਚਾਰਨ ਆਪੇ ਸਹੀ ਹੋ ਜਾਵੇਗਾ। ਹਾਂਜੀ। ਸੁਣਿਆ ਅੰਧੇ ਪਾਵਹਿ ਰਾਹ, ਸੁਣਿਆ ਹਾਥ ਹੋਵੈ ਅਸਗਾਹ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਮੰਨੇ ਕੀ ਗਾਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛੁਤਾਏ। ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਇ, ਜੇ ਕੋ ਮਨ ਜਾਣੈ ਮਨ ਕੋਇ। ਮੰਨਾ ਸੁਰਤ ਹੋਵੈ ਮਨ ਬੁੱਧ, ਮੰਨਾ ਸਗਲ ਭਵਨ ਕੀ ਸੁਧ। ਮੰਨਾ ਮੋਹ ਚੋਟਾ ਨਾ ਖਾਇ, ਮੰਨਾ ਜਮ ਕੈ ਸਾਥ ਨਾ ਜਾਏ। ਇੱਥੇ ਆਪ ਜੀ ਦਰਸ਼ਨ ਕਰ ਰਹੇ ਹੋ, ਮੰਨੈ ਮੋਹ ਚੋਟਾ ਨਾ ਖਾਏ, ਨੰਨੇ ਨੂੰ ਕੰਨਾ ਹੈ, ਔਰ ਅੱਗੇ ਮੰਨੈ ਜਮ ਕੈ ਸਾਥ ਨਾ ਜਾਏ। ਨਾ ਤੇ ਨਾ, ਇਹਨਾਂ ਦੋਹਾਂ ਦਾ ਫਰਕ ਆਪਣੇ ਜ਼ਿਹਨ ਵਿੱਚ ਰੱਖਣਾ। ਜਿਵੇਂ ਲਗ ਮਾਤਰ ਲਿਖੀ ਹੈ ਉਵੇਂ ਬੋਲਣੀ ਹੈ, ਮੰਨੇ ਨਹੀਂ ਬੋਲਣਾ। ਸਾਰੀਆਂ ਪੌੜੀਆਂ ਵਿੱਚ, ਇਹ ਸਾਰੀਆਂ ਪੰਕਤੀਆਂ ਵਿੱਚ ਖਿਆਲ ਰੱਖਣਾ। ਮੰਨੇ ਕੀ ਗਤ, ਮੰਨੇ ਮਾਰਗ ਆਪਾਂ ਆਮ ਇਉਂ ਬੋਲਦੇ ਹਾਂ, ਜੋ ਕਿ ਇੱਕ ਅਸ਼ੁੱਧਤਾ ਹੈ। ਮੰਨੈ ਬੋਲਣਾ ਹੈ ਜੀ। ਮੰਨਾ ਮੋਹਿ ਚੋਟਾ ਨਾ ਖਾਇ, ਮੰਨਾ ਜਮ ਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਇ, ਜੇ ਕੋ ਮਨ ਜਾਣੈ ਮਨ ਕੋਇ। ਵਾਹਿਗੁਰੂ ਜੀ। ਸਾਧ ਸੰਗਤ ਜੀ, ਪਿਛਲੇ ਦਿਨੀ ਵੀ ਬੇਨਤੀ ਕੀਤੀ ਗਈ ਸੀ
ਹੁਣ ਵੀ ਬੇਨਤੀ ਆ, ਜਿਵੇਂ ਆਪਾਂ ਨੇ ਪਾਠ ਸਰਵਣ ਕੀਤਾ ਤੇ ਗਿਆਨੀ ਜੀ ਨੇ ਵੀ ਆਪਾਂ ਨੂੰ ਬਹੁਤ ਢੰਗ ਨਾਲ ਦੱਸਿਆ ਸਮਝਾਇਆ। ਮੰਨੈ ਮੋਹੇ ਚੋਟਾ ਨਾ ਖਾਏ, ਨੰਨੇ ਨੂੰ ਕੰਨੇ ਬਾਰੇ ਜਾਣਕਾਰੀ ਕਰਵਾਈ ਗਿਆਨੀ ਜੀ ਹੋਰਾਂ ਨੇ ਵਿਸ਼ੇਸ਼। ਪਿਛਲੇ ਦਿਨਾਂ ਵੀ ਬੇਨਤੀ ਕੀਤੀ ਸੀ ਵੀ ਇਹ ਜੋ ਕੰਨੇ ਨਾਲ ਨੰਨਾ ਹੈ ਨਾ ਆਉਣਾ, ਨੰਨੇ ਨਾਲ ਕੰਨਾ, ਜਪਜੀ ਸਾਹਿਬ ਦੇ ਵਿੱਚ ਇਸ ਬਾਣੀ ਵਿੱਚ ਕੇਵਲ ਤੇ ਕੇਵਲ 6 ਵਾਰ ਆਉਣਾ ਹੈ। ਇੱਕ ਇਹ ਆਪਾਂ ਦਰਸ਼ਨ ਕਰ ਰਹੇ ਹਾਂ 13ਵੀਂ ਪੌੜੀ, ਫਿਰ ਅੱਗੇ ਆਊਗੀ 21ਵੀਂ, 25ਵੀਂ ਪੌੜੀ, 36ਵੀਂ ਤੇ 37ਵੀਂ, ਜਿੱਥੇ ਇੱਕ ਵਾਰ ਨੰਨੇ ਨਾਲ ਕੰਨਾ ਲੱਗਾ ਹੋਏਗਾ ਤੇ ਉਵੇਂ ਉਚਾਰਨ ਕਰਨਾ ਇਸੇ ਪ੍ਰਕਾਰ ਜਿਵੇਂ ਗਿਆਨੀ ਜੀ ਨੇ ਦੱਸਿਆ। ਪਾਠੀ ਸਿੰਘ ਹੋਰਾਂ ਨੇ, ਗ੍ਰੰਥੀ ਜੀ ਨੇ ਪਾਠ ਕੀਤਾ ਨੰਨੇ ਨੂੰ ਕੰਨਾ ਲਗਾ ਕਰਕੇ। ਇਹ ਨੋਟ ਕਰਿਓ ਜੀ, 6 ਵਾਰ ਆਉਣਾ ਹੈ। ਨਾ ਨਹੀਂ ਨਾ, ਮੰਨੈ ਮੋਹੇ ਚੋਟਾ ਨਾ ਖਾਏ, ਅੱਗੇ ਮੰਨੈ ਜਮ ਕੈ ਸਾਥ ਨਾ ਜਾਏ। ਸਾਰੇ ਆਪਣੇ ਧਿਆਨ ਨਾਲ ਵਿਚਾਰ ਰੱਖਣੀ ਤੇ ਸ਼ੁੱਧ ਉਚਾਰਨ ਕਰਨਾ ਜੀ। ਹਾਂ ਜੀ, ਪੜ੍ਹੀਏ। ਸੁਣਿਆ ਵਾਲੀਆਂ ਪੌੜੀਆਂ ਦੀ ਜੋ ਅੰਤਲੀ ਪੰਕਤੀ ਆ ਰਹੀ ਹੈ, ਨਾਨਕ ਭਗਤਾ ਸਦਾ ਵਿਗਾਸ। ਇਹਦੇ ਬਾਰੇ ਗੁਰਮੁਖਾਂ ਦਾ ਸਵਾਲ ਆਇਆ ਹੈ, ਭਾਈ ਸਾਹਿਬ ਜੀ ਭਗਤਾਂ 'ਤੇ ਰੁਕ ਰਹੇ ਨੇ, ਵਿਸਰਾਮ ਕਿਵੇਂ ਹੈ? ਇੱਕ ਜਮਕ ਹੁੰਦੀ ਹੈ, ਇੱਕ ਵਿਸਰਾਮ ਹੁੰਦਾ ਹੈ। ਵਿਸਰਾਮ ਜਿੱਥੇ ਪੰਕਤੀ ਦੇ ਅੱਧ ਵਿੱਚ ਅਰਥ ਸਪਸ਼ਟ ਕਰਨ ਵਾਸਤੇ ਰੁਕਿਆ ਜਾਵੇ, ਤੇ ਜਮਕ ਜਿਹੜਾ ਉਸ ਵਿਸਰਾਮ ਦਾ ਅਰਧ ਵਿਸਰਾਮ ਹੋਵੇ। ਸੋ ਇੱਥੇ ਨਾਨਕ ਤੇ ਥੋੜ੍ਹੀ ਜਿਹੀ ਜਮਕ ਲੱਗ ਕੇ ਭਗਤਾਂ 'ਤੇ ਵਿਸਰਾਮ ਹੈ। ਨਾਨਕ ਭਗਤਾ ਸਦਾ ਵਿਗਾਸ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰ ਸਿੱਖ। ਤਰੈ ਤਾਰੇ ਗੁਰ ਸਿੱਖ। ਤਰੈ ਦੁਲਾਵਾ ਹਨ, ਤਾਰੇ ਇੱਕ ਲਾਮ ਹੈ। ਤਰੇ ਤਾਰੇ ਨਹੀਂ ਬੋਲਣਾ ਜਾਂ ਤਰੈ ਤਾਰੈ ਨਹੀਂ ਬੋਲਣਾ, ਜਿਵੇਂ ਜਿਵੇਂ ਲਾਗ ਲੱਗੀ ਹੈ ਉਵੇਂ ਉਵੇਂ ਉਚਾਰਨ ਕਰਨਾ ਹੈ। ਗੁਰ ਸਿੱਖ ਵੱਖਰਾ ਵੱਖਰਾ ਪਾਠ ਹੈ, ਗੁਰਸਿੱਖ ਇਕੱਠਾ ਨਹੀਂ। ਮੰਨੈ ਨਾਨਕ ਭਵਹਿ ਨਾ ਭਿਖ, ਐਸਾ ਨਾਮ ਨਿਰੰਜਨ ਹੋਇ, ਜੇ ਕੋ ਮਨ ਜਾਣੈ ਮਨ ਕੋਇ। ਪੰਚ ਪਰਵਾਣ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ। ਹਾਂਜੀ, ਜੋ ਸੰਤ ਜੀ ਨੇ ਧਿਆਨ ਦਿਵਾਇਆ ਹੈ, ਜੇ ਕੋ ਮਨ ਜਾਣੈ ਮਨ ਕੋਇ। ਮਨ ਤੇ ਮਨ, ਇਹਨਾਂ ਦੋਹਾਂ ਅੱਖਰਾਂ ਦਾ ਖਿਆਲ ਰੱਖਣਾ। ਮਨ ਤੋਂ ਭਾਵ ਮੰਨਣ ਦਾ ਹੈ ਤੇ ਮਨ ਤੋਂ ਭਾਵ ਸਾਡੇ ਅੰਤਰ ਮਨ ਦਾ। ਇਸ ਲਈ ਇਹ ਉਚਾਰਨ ਦਾ ਖਿਆਲ ਰੱਖਣਾ ਹੈ। ਮਨ ਜਾਣੈ ਮਨ ਕੋਇ ਨਹੀਂ ਪੜ੍ਹਨਾ, ਤੇ ਮਨ ਜਾਣੈ ਮਨ ਕੋਈ ਵੀ ਨਹੀਂ ਪੜ੍ਹਨਾ। ਜੇ ਕੋ ਮਨ ਜਾਣੈ ਮਨ ਕੋਇ। ਪੰਚ ਪਰਵਾਣ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋਹ ਹੈ ਦਰ ਰਾਜਾਨ। ਦਰ ਰਾਜਾਨ, ਫਿਰ ਉਹ ਬੇਨਤੀ, ਦੋਹਾਂ ਰਾਰਿਆਂ ਦਾ ਉਚਾਰਨ ਵੱਖਰਾ ਵੱਖਰਾ। ਦਰ ਰਾਜਾਨ ਇਕੱਠਾ ਨਹੀਂ ਕਰਨਾ, ਦਰ ਰਾਜਾਨ। ਪੰਚਾ ਕਾ ਗੁਰ ਏਕ ਧਿਆਨ,
ਜੇ ਕੋ ਕਹ ਕਰਾ ਵਿਚਾਰ, ਕਰਤੇ ਕਾ ਕਰਣਾ ਨਾਹੀ ਸੁਮਾਰ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਪੰਚ ਪ੍ਰਵਾਨ ਪੰਚ ਪ੍ਰਧਾਨ, ਆਪ ਜੀ ਨੇ ਇਹ ਪੰਕਤੀਆਂ ਸਰਵਣ ਕੀਤੀਆਂ ਹਨ। ਔਰ ਸਭ ਤੋਂ ਜ਼ਿਆਦਾ ਅੱਜ ਕੱਲ੍ਹ ਇਹ ਗਲਤੀ ਵੇਖਣ ਵਿੱਚ ਆਉਂਦੀ ਹੈ ਕਿ ਨੰਨੇ ਔਰ ਨਾਣੇ ਦਾ ਆਪਾਂ ਅੰਤਰ ਨਹੀਂ ਜਾਣ ਪਾਉਂਦੇ। ਬਹੁਤ ਜ਼ਿਆਦਾ ਗੁਰਮੁਖ ਪੰਜ ਪ੍ਰਵਾਨ ਪੰਜ ਪ੍ਰਧਾਨ ਐਸਾ ਪਾਠ ਕਰਦੇ ਹਨ, ਕਿਉਂਕਿ ਪ੍ਰਵਾਨ ਵਾਲਾ ਨਾਣਾ ਹੈ ਪੰਜ ਪ੍ਰਵਾਨ, ਅਤੇ ਪ੍ਰਧਾਨ ਦੇ ਅੱਗੇ ਜੋ ਨੰਨਾ ਹੈ ਉਸ ਨੂੰ ਵੀ ਆਪਾਂ ਨਾਣਾ ਹੀ ਉਚਾਰਨ ਕਰਦੇ ਹਾਂ। ਇਹ ਬਹੁਤ ਵੱਡੇ ਪੱਧਰ 'ਤੇ ਗਲਤੀ ਹੁੰਦੀ ਹੈ। ਜਿਸ ਤਰ੍ਹਾਂ ਬਹੁਤ ਜ਼ਿਆਦਾ ਸਾਡੇ ਪਾਠੀ ਸਿੰਘ, ਰਾਗੀ ਸਿੰਘ ਔਰ ਪੜ੍ਹੇ ਹੋਏ ਜਿਹੜੇ ਲੋਕ ਹਨ ਉਹ ਵੀ ਜਨ ਨਾਨਕ ਕਹਿੰਦੇ ਹਨ। ਜਨ ਨਾਨਕ, ਨਾਨਕ ਨਹੀਂ ਬੋਲਦੇ, ਨਾਨਕ ਕਹਿੰਦੇ ਹਨ। ਇਸ ਕਰਕੇ ਇਸ ਗਲਤੀ ਦਾ ਵਿਸ਼ੇਸ਼ ਕਰਕੇ ਖਿਆਲ ਰੱਖਣਾ। ਜਿੱਥੇ ਨਾਣਾ ਹੈ ਉਸੇ ਨਾਣਾ ਉਚਾਰਨ ਕਰਨਾ, ਜਿੱਥੇ ਨੰਨਾ ਹੈ ਉੱਥੇ ਨੰਨਾ ਹੀ ਉਚਾਰਨ ਕਰਨਾ। ਆਪਾਂ ਨਾਣੇ ਦੀ ਜਗ੍ਹਾ ਨੰਨਾ ਬੋਲ ਦਿੰਦੇ ਹਾਂ। ਪੰਚ ਪ੍ਰਧਾਨ ਪੰਚ ਪ੍ਰਵਾਨ ਪਤਾ ਹੀ ਨਹੀਂ, ਆਪਾਂ ਖਿਆਲ ਨਹੀਂ ਕਰਦੇ। ਇਸ ਕਰਕੇ ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੇ ਦਰਗਹਿ ਮਾਨ। ਆਪਾਂ ਮਾਨ, ਪ੍ਰਧਾਨ, ਇਸ਼ਨਾਨ ਐਸਾ ਬਹੁਤ ਉਚਾਰਨ ਕਰਦੇ ਹਾਂ। ਇਹ ਵਿਸ਼ੇਸ਼ ਕਰਕੇ ਆਪਾਂ ਖਿਆਲ ਕਰਨਾ ਹੈ ਜੀ। ਪੰਚੇ ਸੋਹ ਦਰ ਰਾਜਾਨ, ਆਮ ਤੌਰ 'ਤੇ ਸੋਹੇ ਹੀ ਬੋਲ ਦਿੰਦੇ ਨੇ, ਪੰਚੇ ਸੋਹੇ, ਸੋ ਉਹ ਵੀ ਅਸ਼ੁੱਧ ਹੋ ਜਾਂਦਾ ਹੈ। ਪੰਚੇ ਸੋਹ ਦਰ ਰਾਜਾਨ। ਜੋ ਅੱਗੇ ਪੰਕਤੀ ਆਈ, ਧੌਲ ਧਰਮ ਦਇਆ ਕਾ ਪੂਤ। ਦਇਆ ਈੜੀ ਸਿਹਾਰੀ ਐੜੇ ਕੰਨਾ, ਦਿਆ ਨਹੀਂ ਬੋਲਣਾ ਇਸ ਨੂੰ। ਇਹ ਗਲਤੀ ਆਮ ਸੁਣਨ ਨੂੰ ਮਿਲਦੀ ਹੈ। ਧੌਲ ਧਰਮ ਦਿਆ ਕਾ ਪੂਤ ਬੋਲ ਜਾਂਦੇ ਨੇ। ਦਿਆ ਪਾਠ ਨਹੀਂ, ਦਇਆ ਪਾਠ ਹੈ, ਦਇਆ। ਸੰਤੋਖ ਥਾਪ ਰੱਖਿਆ ਜਿਨ ਸੂਤ। ਰੱਖਿਆ ਤੇ ਇੱਥੇ ਵਿਸਰਾਮ ਆਵੇਗਾ। ਸੰਤੋਖ ਥਾਪ ਰੱਖਿਆ ਜਿਨ ਸੂਤ। ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ। ਧਵਲੈ ਉੱਪਰ ਕੇਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ। ਤਿਸ ਤੇ ਭਾਰ ਤਲੈ ਕਵਣ ਜੋਰ। ਜੀ ਅਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਵੁੜੀ ਕਲਾਮ। ਇਹੋ ਲੇਖਾ ਲਿਖ ਜਾਣੈ ਕੋਇ, ਲੇਖਾ ਲਿਖਿਆ ਕੀਤਾ ਹੋਏ। ਭਾਈ ਅੱਗੇ ਨਾ ਬੋਲੋ, ਬੇਨਤੀ ਹੈ। ਅੱਗੇ ਅੱਗੇ ਬੋਲਣ ਦੀ ਆਵਾਜ਼ ਆ ਰਹੀ ਹੈ, ਅੱਗੇ ਨਾ ਕੋਈ ਬੋਲੋ। ਆਰਾਮ ਦੇ ਨਾਲ ਸ਼ਰਧਾ ਭਾਵਨਾ ਨਾਲ ਪਾਠ ਸਰਵਣ ਕਰੋ। ਕੇਤਾ ਤਾਣ ਸਵਾਲਿਓ ਰੂਪ। ਸਵਾਲਿਓ ਇੱਥੇ ਆਪਾਂ ਊੜਾ ਬੋਲ ਜਾਂਦੇ ਆ, ਸਵਾਲਿਓ, ਪਰ ਹਾਹਾ ਲੱਗਾ ਹੋਇਆ ਹੈ, ਇਸ ਲਈ ਸਵਾਲਿਓ ਰੂਪ। ਕੇਤਾ ਤਾਣ ਸਵਾਲਿਓ ਰੂਪ, ਕੇਤੀ ਦਾਤ ਜਾਣੈ ਕੌਣ ਕੂਤ। ਕੀਤਾ ਪਸਾਉ ਏਕੋ ਕਵਾਉ, ਤਿਸ ਤੇ ਹੋਏ ਲੱਖ ਦਰਿਆਉ। ਦਰਿਆਓ ਰਾਰੇ ਨੂੰ ਬਿਹਾਰੀ ਹੈ, ਇਸ ਵਾਸਤੇ ਦਰਿਆਓ ਸਿਹਾਰੀ ਲਾ ਕੇ ਨਹੀਂ ਬੋਲਣਾ। ਤਿਸ ਤੇ ਹੋਏ ਲੱਖ ਦਰਿਆਓ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ
ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਵ ਅਸੰਖ ਪੂਜਾ ਅਸੰਖ ਤਪ ਤਾਵ। ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰ। ਅਸੰਖ ਸਤੀ ਅਸੰਖ ਦਾਤਾਰ। ਅਸੰਖ ਸੂਰ ਮੋਹ ਭਖ ਸਾਰ। ਅਸੰਖ ਮੋਨ ਲਿਵ ਲਾਇ ਤਾਰ। ਕੁਦਰਤ ਕਵਣ ਕਹਾ ਵਿਚਾਰ। ਵਾਰਿਆ ਨ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ। ਪਾਠ ਆ ਰਿਹਾ ਹੈ ਤੂੰ ਸਦਾ ਸਲਾਮਤ ਨਿਰੰਕਾਰ। ਤੂੰ ਤੱਤੇ ਨੂੰ ਸਿਰਫ ਦੁਲੈਂਕੜ ਹੈ, ਟਿੱਪੀ ਨਹੀਂ। ਤੂੰ ਨਹੀਂ ਇੱਥੇ ਅਸਾਂ ਬੋਲਣਾ। ਗੁਰਬਾਣੀ ਵਿੱਚ ਜਿੱਥੇ ਟਿੱਪੀ ਲੱਗੀ ਹੋਵੇ ਉੱਥੇ ਤੂੰ ਬੋਲਾਂਗੇ, ਪਰ ਜਿੱਥੇ ਨਹੀਂ ਉੱਥੇ ਉਸੇ ਰੂਪ ਵਿੱਚ ਹੀ ਉਚਾਰਨ ਹੋਵੇਗਾ। ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ। ਅਸੰਖ ਅਮਰ ਕਰ ਜਾਹੇ ਜੋਰ। ਅਸੰਖ ਗਾਲ ਵੱਢ ਹੱਤਿਆ ਕਮਾਹੇ। ਅਸੰਖ ਪਾਪੀ ਪਾਪ ਕਰ ਜਾਹੇ। ਅਸੰਖ ਕੂੜਿਆਰ ਕੂੜੇ ਫਿਰਾਹੇ। ਅਸੰਖ ਮਲੇਸ਼ ਮਾਲ ਭਖ ਖਾਹੇ। ਅਸੰਖ ਨਿੰਦਕ ਸਿਰ ਕਰਹਿ ਭਾਰ। ਨਾਨਕ ਨੀਚ ਕਹੈ ਵਿਚਾਰ। ਨਾਨਕ ਨੀਚ ਕਹੈ ਵਿਚਾਰ। ਨਾਨਕ ਨੀਚ ਕਹੈ ਵਿਚਾਰ। ਵਾਰਿਆ ਨ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ। ਅਸੰਖ ਕਹੈ ਸਿਰ ਭਾਰ ਹੋਏ। ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ। ਅਖਰੀ ਲਿਖਣ ਬੋਲਣ ਬਾਣ। ਅਖਰ ਸਿਰ ਸੰਜੋਗ ਵਖਾਣ। ਮਹਾਰਾਜ ਜੀ ਨੇ ਇੱਥੇ ਇਸ ਪੌੜੀ 'ਚ ਅੱਖਰਾਂ ਦੀ ਕਿੰਨੀ ਮਹਿਮਾ ਦੱਸੀ ਹੈ। ਅੱਖਰਾਂ ਦੁਆਰਾ ਹੀ ਪਰਮੇਸ਼ਰ ਦੇ ਨਾਮ ਦੀ ਵਿਚਾਰ ਹੁੰਦੀ ਹੈ, ਨਾਮ ਜਪਿਆ ਜਾਂਦਾ ਹੈ। ਅੱਖਰਾਂ ਦੁਆਰਾ ਸਿਫਤ ਸਲਾਘਾ ਹੁੰਦੀ ਹੈ। ਅੱਖਰਾਂ ਦੁਆਰਾ ਹੀ ਪਰਮੇਸ਼ਰ ਦੇ ਗੀਤ ਗੁਣ ਗਾਏ ਜਾਂਦੇ ਹਨ। ਸੋ ਇਸ ਕਰਕੇ ਜਿਹੜੇ 35 ਅੱਖਰ ਗੁਰਮੁਖੀ ਦੇ ਹਨ, ਇਹ ਗੁਰੂ ਨਾਨਕ ਦੇਵ ਜੀ ਸੱਚਖੰਡ ਤੋਂ ਲੈ ਕੇ ਆਏ ਹਨ ਸਾਡੇ ਵਾਸਤੇ। ਅਸੀਂ ਇਹਨਾਂ ਅੱਖਰਾਂ ਨੂੰ ਜਿਤਨਾ ਹੋ ਸਕੇ ਸ਼ੁੱਧ ਪੜ੍ਹਨ ਦਾ ਯਤਨ ਕਰਿਆ ਕਰੀਏ। ਅੱਜ ਕੱਲ੍ਹ ਸਾਰਿਆਂ ਨੂੰ ਦੌੜ ਲੱਗੀ ਹੈ ਸਾਡੇ ਬੱਚੇ ਅੰਗਰੇਜ਼ੀ ਪੜ੍ਹ ਜਾਣ, ਅਤੇ ਸਕੂਲਾਂ ਵਾਲੇ ਪੰਜਾਬ ਦੇ ਸਕੂਲਾਂ ਵਿੱਚ ਵੀ ਦੇਖਿਆ ਹੈ ਪ੍ਰਿੰਸੀਪਲ नोटिस दे के भेज देते हैं भी हिंदी में बात कीजिए बच्चों के साथ। पंजाबी बोलन भी नहीं देंगे, तो गुरमुखी जिहड़ी है वो साडे तो दूर होंदी जा रही है।
ਸੋ ਭਾਈ ਇੱਕ ਤਾਂ ਇਹ ਬੋਲੀ ਜਿਹੜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਜਿਹਦੇ 'ਚ ਸਾਰੀ ਬਾਣੀ ਲਿਖੀ ਹੈ, ਇਹ ਵੀ ਸਾਨੂੰ ਬੋਲਣੀ ਚਾਹੀਦੀ ਹੈ। ਅਤੇ ਗੁਰਮੁਖੀ ਦੇ ਅੱਖਰ ਜਿਹੜੇ ਹਨ ਇਹਦੀ ਸ਼ੁੱਧ ਸੰਥਿਆ ਲੈਣ ਦਾ ਯਤਨ ਕਰਦੇ ਰਹਿਣਾ ਚਾਹੀਦਾ ਹੈ। 35 ਅੱਖਰਾਂ ਦਾ ਉਚਾਰਨ ਹਰ ਇੱਕ ਗੁਰਸਿੱਖ ਨੂੰ ਰੋਜ਼ ਕਰਨਾ ਚਾਹੀਦਾ ਹੈ, ਤਾਂ ਕਿ ਸ਼ੁੱਧ ਉਚਾਰਨ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਦਾ ਰਹੇ। ਜੇ ਇਹ ਅੱਖਰ ਭੁੱਲ ਜਾਵਾਂਗੇ ਤਾਂ ਫਿਰ ਗੁਰਬਾਣੀ ਤੋਂ ਵੀ ਟੁੱਟ ਜਾਵਾਂਗੇ। ਮਹਾਰਾਜ ਨੇ ਇਸ ਪੌੜੀ ਦੇ ਵਿੱਚ ਸ੍ਰੀ ਜਪਜੀ ਸਾਹਿਬ ਵਿੱਚ ਇਹਨਾਂ ਅੱਖਰਾਂ ਦੀ ਵਿਚਾਰ ਮਹਿਮਾ ਵਡਿਆਈ ਦੱਸ ਦਿੱਤੀ ਹੈ। ਸੋ ਗੁਰਬਾਣੀ ਦੇ ਅੱਖਰ ਸਤਿਕਾਰਯੋਗ ਗਿਆਨੀ ਜੀ ਦੱਸ ਰਹੇ ਸਨ ਕਿ ਉਹ ਵੀ ਸਮਾਂ ਸੀ ਜਦੋਂ ਇਹ ਸਾਡੇ ਬਜ਼ੁਰਗ ਕੋਈ ਅਖਬਾਰ ਪੰਜਾਬੀ ਦੀ ਥੱਲੇ ਡਿੱਗੀ ਹੋਵੇ ਚੁੱਕ ਲਿਆ ਕਰਦੇ ਸਨ ਵੀ ਗੁਰਮੁਖੀ ਅੱਖਰ ਹਨ। ਅੱਜ ਗੁਰਬਾਣੀ ਵੀ ਪੈਰਾਂ 'ਚ ਰੁਲਦੀ ਰਹਿੰਦੀ ਹੈ। ਇਹ ਦਸ਼ਾ ਹੋ ਗਈ, ਸਾਨੂੰ ਗੁਰਮੁਖੀ ਅੱਖਰਾਂ ਦਾ ਸਤਿਕਾਰ ਘਟ ਗਿਆ। ਗੁਰਮੁਖੀ ਅੱਖਰ ਹੈ ਜੇਈ, ਸਿੱਖ ਸਿੱਖ ਤੇ ਸਿੱਖੇ ਤੇਈ। ਇਸ ਤਰ੍ਹਾਂ ਮਹਾਰਾਜ ਦਾ ਰਹਿਤਨਾਮਿਆਂ ਵਿੱਚ ਬਚਨ ਹੈ ਵੀ ਜਿਹੜੇ ਗੁਰਮੁਖੀ ਅੱਖਰ ਹਨ ਉਹ ਸਿੱਖਾਂ ਨੂੰ ਗੁਰਸਿੱਖਾਂ ਤੋਂ ਸਿੱਖਣੇ ਚਾਹੀਦੇ ਹਨ। ਅੱਜ ਸਕੂਲਾਂ ਵਿੱਚ ਜਦੋਂ ਕਾਇਦਾ ਪੜ੍ਹਾਇਆ ਜਾਂਦਾ ঙ ඤ ਣ ੜਾੜਾ, ਇਹ ਅੱਖਰ ਖਾਲੀ ਕਹਿ ਕੇ ਲੰਘਾ ਦਿੰਦੇ ਆ ਵੀ ਛੱਡੋ ਇਹਨਾਂ ਦੀ ਕੀ ਲੋੜ ਹੈ। ਪਰ ਜਦੋਂ ਗੁਰਬਾਣੀ ਪੜ੍ਹੋਗੇ ਅਤੇ ਗੁਰਬਾਣੀ ਵਿੱਚ ਇਹਨਾਂ ਅੱਖਰਾਂ ਦੀ ਲੋੜ ਪਵੇਗੀ। ਗੁਰਬਾਣੀ 'ਚ ਖਾਲੀ ਨਹੀਂ ਆਨੇ, ਕਾਇਦੇ 'ਚ ਖਾਲੀ ਹੋਣਗੇ, ਪਰ ਗੁਰਬਾਣੀ 'ਚ ਇਹਨਾਂ ਅੱਖਰਾਂ ਦੇ ਉੱਤੇ ਮਹਾਰਾਜ ਨੇ ਉਪਦੇਸ਼ ਲਿਖਿਆ। ਗੌੜੀ 52 ਅੱਖਰੀ ਵਿੱਚ ਵੀ ਦੇਖ ਲਵੋ, ਦੱਖਣੀ ਓਂਕਾਰ ਵਿੱਚ ਵੀ ਤੁਸੀਂ ਦਰਸ਼ਨ ਕਰ ਲਵੋ, ਹੋਰ ਵੀ ਥਾਵਾਂ 'ਤੇ 35 ਲਿਖੀ ਹੈ ਮਹਾਰਾਜ ਨੇ। ਸੋ ঙ ඤ ਣ ੜਾੜਾ ਸਾਰੇ ਅੱਖਰਾਂ ਦੇ ਮਹਾਰਾਜ ਨੇ ਉਪਦੇਸ਼ ਦਿੱਤਾ ਹੈ। ਸੋ ਭਾਈ ਦਾਸ ਦੀ ਇਹ ਬੇਨਤੀ ਕਰਨ ਦਾ ਇਹ ਭਾਵ ਹੈ ਵੀ ਸਾਨੂੰ ਗੁਰਮੁਖੀ ਦੇ ਸ਼ੁੱਧ ਉਚਾਰਨ, ਮੁਹਾਰਨੀ ਦੇ ਸ਼ੁੱਧ ਉਚਾਰਨ ਵੱਲ ਹੁਣ ਧਿਆਨ ਦੇਣਾ ਪਵੇਗਾ। ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਪਜੀ ਸਾਹਿਬ ਨਿਤਨੇਮ ਹੋਰ ਬਾਣੀਆਂ ਪੜ੍ਹਨੀਆਂ ਔਖੀਆਂ ਹੋ ਜਾਣਗੀਆਂ। ਇਹ ਸਾਡਾ ਪਹਿਲਾ ਫਰਜ਼ ਹੈ। ਰਹਿਤਨਾਮਿਆਂ 'ਚ ਐਸਾ ਵੀ ਲਿਖਿਆ ਹੈ ਕਿ ਗੁਰੂ ਕਾ ਸਿੱਖ ਆਪਣੇ ਬੱਚੇ ਨੂੰ ਸਭ ਤੋਂ ਪਹਿਲਾਂ ਗੁਰਮੁਖੀ ਪੜ੍ਹਾਵੇ। ਅੰਗਰੇਜ਼ੀ, ਹਿੰਦੀ, ਹੋਰ ਜਿਹੜੀਆਂ ਭਾਸ਼ਾਵਾਂ ਨੇ ਬਾਅਦ ਵਿੱਚ ਪੜ੍ਹਾਵੇ। ਪਰ ਅਜੇ ਬੱਚੇ ਦੇ ਮੂੰਹ 'ਚ ਬੋਤਲ ਹੁੰਦੀ ਹੈ ਦੁੱਧ ਦੀ, ਅਤੇ ਉਹਨੂੰ ABC ਸਿਖਾ ਦਿੰਦੇ ਹਾਂ, ਊੜਾ ਐੜਾ ਨਹੀਂ ਸਿਖਾਉਂਦੇ। ਸੋ ਖਾਲਸਾ ਜੀ ਇਹ ਵਿਚਾਰ ਹੈ ਧਿਆਨ ਦੇਣ ਵਾਲਾ। ਮਹਾਰਾਜ ਨੇ ਅੱਖਰਾਂ ਦੀ ਕਿੰਨੀ ਮਹਿਮਾ ਦੱਸੀ ਹੈ। ਹਾਂਜੀ ਵਾਹਿਗੁਰੂ ਜੀ, ਮੈਂ ਬੇਨਤੀ ਕਰਦਾ ਗਿਆਨੀ ਜੀ ਹੋਰਾਂ ਨੂੰ ਕਿ ਕੱਲ੍ਹ ਵਿਚਾਰ ਹੀ ਕਰ ਰਹੇ ਸਨ ਕਿ ਮਹਾਂਪੁਰਸ਼ ਬਾਬਾ ਮਿੱਤ ਸਿੰਘ ਜੀ ਹੋਰਾਂ ਬਾਰੇ ਵੀ 35 ਅੱਖਰਾਂ ਨਾਲ, ਗੁਰਮੁਖੀ ਅੱਖਰਾਂ ਨਾਲ ਕਿਤਨਾ ਪਿਆਰ, ਸ਼ਰਧਾ, ਭਾਵਨਾ ਸੀ। ਉਹ ਹੀ ਵਚਨ ਕਰ ਦਿਓ ਜੀ, ਆਪ ਜੀ ਦੇ ਰਸਨਾ ਤੋਂ ਸੁਣਨਾ ਚਾਹੁੰਦੇ ਹਾਂ ਗਿਆਨੀ ਜੀ ਹੋਰਾਂ ਨੂੰ। ਗਿਆਨੀ ਸ਼ੇਰ ਸਿੰਘ ਬ੍ਰਹਮ ਗਿਆਨੀ ਬਾਬਾ ਮਿੱਤ ਸਿੰਘ ਜੀ, ਨਿਹੰਗ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਮਾਤਾ ਜੀ ਦੇ ਸਥਾਨ ਦੀ ਸੇਵਾ ਕਰਾਈ ਹੈ। ਆਪਣੀ ਜ਼ਮੀਨ ਵੀ ਵੇਚ ਕੇ ਉਸ ਸਥਾਨ 'ਤੇ ਲਾ ਦਿੱਤੀ ਅਤੇ ਸਾਰਾ ਜੀਵਨ ਮਾਤਾ ਜੀ ਦੇ ਸਥਾਨ 'ਤੇ ਰਹਿ ਕੇ ਉਸ ਸਥਾਨ ਨੂੰ ਆਬਾਦ ਕੀਤਾ। ਬ੍ਰਹਮ ਗਿਆਨੀ ਬਾਬਾ ਮਿੱਤ ਸਿੰਘ ਜੀ ਦੇ ਕੋਲ ਹਜ਼ਾਰਾਂ ਸਿੰਘਾਂ ਨੇ ਗੁਰਬਾਣੀ ਦੀ ਵਿੱਦਿਆ ਪ੍ਰਾਪਤ ਕੀਤੀ। ਹਜ਼ਾਰਾਂ ਸਿੰਘਾਂ ਨੂੰ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਦਸਮ ਗ੍ਰੰਥ ਸਾਹਿਬ ਜੀ, ਭਾਈ ਗੁਰਦਾਸ ਜੀ ਦੀ ਬਾਣੀ, ਗੁਰਪ੍ਰਤਾਪ ਸੂਰਜ ਗ੍ਰੰਥ, ਸਰਬਲੋ ਪ੍ਰਕਾਸ਼, ਸਾਰੇ ਗ੍ਰੰਥਾਂ ਦੀ ਮਹਾਂਪੁਰਸ਼ ਸੰਥਿਆ ਦਿਆ ਕਰਦੇ ਸਨ। ਪਰ ਅੰਮ੍ਰਿਤ ਵੇਲੇ 1 ਵਜੇ ਉੱਠ ਕੇ ਜਦੋਂ ਇਸ਼ਨਾਨ ਕਰਨ ਗੋਦਾਵਰੀ 'ਚ ਜਾਂਦੇ ਸਨ, ਉਹ ਸਭ ਤੋਂ ਪਹਿਲਾਂ ਵਾਹਿਗੁਰੂ ਕਹਿ ਕੇ ਫਿਰ 35 ਅੱਖਰਾਂ ਦਾ ਉਚਾਰਨ ਕਰਦੇ ਸਨ। 35 ਅੱਖਰਾਂ ਦਾ ਉਚਾਰਨ ਕਰਨ ਤੋਂ ਬਾਅਦ ਜਿਹੜੀਆਂ ਇਹ ਮਾਤਰਾ ਨੇ ਇਹਨਾਂ ਦਾ ਉਚਾਰਨ ਕਰਕੇ ਫਿਰ ਮੂਲ ਮੰਤਰ ਦਾ ਪਾਠ ਅਤੇ ਫਿਰ 5 ਬਾਣੀਆਂ ਦਾ ਨਿਤਨੇਮ ਕਰਿਆ ਕਰਦੇ ਸਨ। ਕਿਉਂਕਿ ਉਹ ਕਹਿੰਦੇ ਸਨ ਵੀ ਜਦੋਂ ਅਸੀਂ 35 ਅੱਖਰ ਪੜ੍ਹਦੇ ਹਾਂ ਤਾਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਦਸਮ ਗ੍ਰੰਥ ਸਾਹਿਬ, ਸਾਰੇ ਗ੍ਰੰਥਾਂ ਦਾ ਵਿੱਚ ਹੀ ਭਾਵ ਆ ਜਾਂਦਾ ਹੈ। ਇਹਨਾਂ ਅੱਖਰਾਂ ਮੈਂ ਜੋ ਗੁਰਮੁਖ ਬੂਝੈ, ਇਹਨਾਂ ਅੱਖਰਾਂ ਵਿੱਚ ਹੀ ਪਰਮੇਸ਼ਰ ਹੈ।
ਦੇਖੋ ਮਹਾਰਾਜ ਨੇ ਕਿੰਨਾ ਇੱਥੇ ਬਚਨ ਕੀਤਾ, ਅਖਰੇ ਗਿਆਨ ਗੀਤ ਗੁਣ ਗਾਹ। ਪਰਮੇਸ਼ਰ ਦੇ ਸਰੂਪ ਦਾ ਸਾਰਾ ਵਰਣਨ ਅੱਖਰਾਂ ਵਿੱਚ ਹੀ ਆਇਆ ਹੈ, ਅਤੇ ਉਹ ਅੱਖਰਾਂ ਦੀ ਭਾਈ ਬੜੀ ਮਹਿਮਾ ਹੈ। ਇਹ ਅੱਜ ਸਮਝਣ ਦੀ ਲੋੜ ਹੈ, ਲਾਪਰਵਾਹੀ ਨਾ ਕਰਿਆ ਕਰੀਏ। ਗੁਰਮੁਖੀ ਅੱਖਰ ਗੁਰਸਿੱਖਾਂ ਤੋਂ ਸਿੱਖ ਕੇ ਉਹਨਾਂ ਦਾ ਸ਼ੁੱਧ ਉਚਾਰਨ ਕਰਿਆ ਕਰੀਏ। ਹਾਂਜੀ, ਮੈਂ ਬੇਨਤੀ ਕਰਾਂ ਸਾਰੀ ਸਾਧ ਸੰਗਤ ਨੂੰ, ਤੁਸੀਂ ਸਾਰੇ ਗੁਰੂ ਸਰੂਪ ਹੋ। ਅੱਜ ਤੋਂ ਆਪਾਂ ਇੱਕ ਨਿਯਮ ਬਣਾ ਲਈਏ, ਜਿਤਨੇ ਵੀ ਇੱਥੇ ਗੁਰੂ ਹਜ਼ੂਰ ਆਏ ਬੈਠੇ ਆ, ਤੇ ਖਾਸ ਕਰਕੇ ਹੁਣ ਆਪਣੀ ਵਿਚਾਰ ਗੁਰਮੁਖੀ ਅੱਖਰਾਂ ਬਾਰੇ ਚੱਲ ਰਹੀ ਹੈ, ਤੇ ਅੱਜ ਤੋਂ ਸਾਰੇ ਨਿਯਮ ਬਣਾ ਲਈਏ ਆਪਾਂ ਆਪ ਵੀ ਇੱਕ ਵੇਰ ਜ਼ਰੂਰ ਇਹ 35 ਅੱਖਰ ਪੜ੍ਹਿਆ ਕਰਕੇ। ਕੋਈ 2-3 ਮਿੰਟ ਦਾ ਹੀ ਕੰਮ ਹੈਗਾ, ਤੇ ਉਹ ਜੇ ਅਸੀਂ ਆਪ ਪੜ੍ਹਾਂਗੇ ਸਾਨੂੰ ਦੇਖ ਦੇ ਕੇ ਸਾਡੇ ਬੱਚੇ ਆਪੇ ਹੀ ਪੜ੍ਹਨ ਲੱਗ ਜਾਣਗੇ। ਕਿ ਗੁਰੂ ਨਾਨਕ ਦਾ ਸਭ ਤੋਂ ਪਹਿਲਾਂ ਇਹ ਜਿਹੜਾ ਰਸਨਾ ਤੋਂ ਉਚਾਰੇ ਨਾ ਗੁਰਮੁਖੀ ਅੱਖਰ, ਉਹਨਾਂ ਆਪਣੇ ਘਰਾਂ 'ਚ ਪ੍ਰਵੇਸ਼ ਹੋ ਜਾਇਆ ਕਰੇਗਾ, ਫਿਰ ਬਾਣੀ ਇਹਨਾਂ ਤੋਂ ਅੱਗੇ ਹੀ ਚੱਲਣੀ। ਸਾਰੇ ਨਿਯਮ ਬਣਾਈਏ, ਕੀ ਪੜ੍ਹ ਲਿਆ ਕਰਾਂਗੇ ਆਪਾਂ ਸਾਰੇ। ਹਾਂਜੀ ਦੱਸੋ, ਸੰਗਤਾਂ ਨੂੰ ਬੇਨਤੀ ਆ ਹੱਥ ਜੋੜ ਕੇ, ਮੇਰਾ ਖਿਆਲ ਤਾਂ ਕੰਠ ਹੀ ਹੋਣੇ ਨੇ, ਪੜ੍ਹਿਆ ਕਰਾਂਗੇ ਨਾ ਸਾਰੇ ਆਪਾਂ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਇਹ ਸੰਗਤ ਦੇ ਵਿੱਚ ਆਪਣੀ ਵਿਚਾਰ ਹੋਈ ਆ, ਗੁਰੂ ਨਾਨਕ ਸਾਹਿਬ ਦੀ ਮਿਹਰ ਬਖਸ਼ਿਸ਼ ਹੋਵੇਗੀ ਜੀ ਗੁਰਮੁਖੀ ਅੱਖਰਾਂ ਦਾ ਉਚਾਰਨ ਕੀਤਾ ਜਾਵੇਗਾ। ਸਗਾ ਨਿਤਨੇਮ ਤੋਂ ਪਹਿਲਾਂ ਗਿਆਨੀ ਜੀ ਹੋਰਾਂ ਨੇ ਦੱਸਿਆ, ਮਹਾਂਪੁਰਸ਼ ਸਿੰਘ ਸਾਹਿਬ ਬਾਬਾ ਮਿੱਤ ਸਿੰਘ ਸਾਹਿਬ ਜੀ ਹਜ਼ੂਰ ਸਾਹਿਬ ਵਾਲੇ ਨਿਤਨੇਮ ਤੋਂ ਪਹਿਲਾਂ ਸਗੋਂ ਇਹਨਾਂ 35 ਅੱਖਰਾਂ ਦਾ ਉਚਾਰਨ ਕਰਦੇ ਸਨ, ਤੇ ਉਹਨਾਂ ਮਹਾਂਪੁਰਸ਼ਾਂ ਤੋਂ ਆਪਾਂ ਸਿੱਖਿਆ ਲਈਏ, ਉਹਨਾਂ ਦੇ ਜੀਵਨ ਤੋਂ। ਤੇ ਸਾਧ ਸੰਗਤ ਜੀ ਗੁਰਮੁਖੀ ਨਾਲ ਜੁੜ ਕਰਕੇ ਆਪਣਾ ਜਿਹੜਾ ਜੀਵਨ ਆ ਗੁਰਮੁਖ ਬਣਾਈਏ, ਬਾਣੀ ਨਾਲ ਜੋੜੀਏ ਜੀ। ਸੋ ਵਿਗਿਆਨੀ ਜੀ ਹੋਰਾਂ ਨੇ ਬਹੁਤ ਸੋਹਣਾ ਕੀਤਾ, ਸਾਰੇ ਸੰਗਤਾਂ ਨੇ ਜਗਾਰੇ ਵਿੱਚ ਉੱਤਰ ਦਿੱਤਾ ਹੈ, ਤੇ ਇਹ ਜਕਾਰਾ ਆਪਾਂ ਸਾਕਾਰ ਕਰਨਾ, ਅਰਦਾਸ ਕਰੀਏ ਕਿ ਸਾਰੇ ਆਪ ਪੜ੍ਹੀਏ ਤੇ ਆਪਣੇ ਬੱਚਿਆਂ ਨੂੰ ਪੜ੍ਹਾਈਏ। ਹਾਂਜੀ, ਅੱਗੇ ਸਰਵਣ ਕਰੀਏ ਬਾਣੀ ਜੀ। ਹਾਂਜੀ ਸਾਧ ਸੰਗਤ ਜੀ, ਜੋ ਬਚਨ ਚੱਲ ਰਹੇ ਨੇ, ਥੋੜ੍ਹੀ ਜਿਹੀ ਬੇਨਤੀ ਮੈਂ ਹੋਰ ਨਾਲ ਜੋੜ ਦੇਵਾਂ। ਸਾਡੀ ਇਹ ਇੱਕ ਗੁਲਾਮ ਮਾਨਸਿਕਤਾ ਦੀ ਨਿਸ਼ਾਨੀ ਹੈ ਕਿ ਆਪਣੀ ਭਾਸ਼ਾ ਨਾਲੋਂ ਟੁੱਟ ਕੇ ਦੂਸਰੀ ਭਾਸ਼ਾ ਦੇ ਨਾਲ ਜੁੜਨਾ। ਇਹ ਅਸੀਂ ਕਦੇ ਵੀ ਨਹੀਂ ਕਹਿੰਦੇ ਕਿ ਦੂਸਰੀਆਂ ਭਾਸ਼ਾਵਾਂ ਨਾ ਪੜ੍ਹੋ। ਜਦੋਂ ਅਸੀਂ ਪੰਜਾਬ ਤੋਂ ਬਾਹਰ ਜਾਂ ਹਿੰਦੁਸਤਾਨ ਤੋਂ ਬਾਹਰ ਵਿਚਰਦੇ ਹਾਂ ਤਾਂ ਸਾਨੂੰ ਦੂਸਰੀਆਂ ਭਾਸ਼ਾਵਾਂ ਦੀ ਜ਼ਰੂਰਤ ਪੈਂਦੀ ਹੈ। ਹੋਣਾ ਚਾਹੀਦਾ ਗਿਆਨ, ਜ਼ਰੂਰ ਹੋਣਾ ਚਾਹੀਦਾ, ਪਰ ਇਹਦਾ ਭਾਵ ਇਹ ਕਦੇ ਚਿੱਤ ਨਹੀਂ ਕਿ ਅਸੀਂ ਆਪਣੀ ਭਾਸ਼ਾ ਤੋਂ ਟੁੱਟ ਜਾਈਏ। ਉਹ ਭਾਸ਼ਾ ਜੋ ਸਾਨੂੰ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਸ੍ਰੀ ਗੁਰੂ ਨਾਨਕ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਗੁਰਮੁਖੀ ਅੱਖਰਾਂ ਦੀ ਘਾੜਤ ਘੜੀ। ਖਡੂਰ ਸਾਹਿਬ ਵਿਖੇ ਸਤਿਗੁਰੂ ਅੰਗਦ ਦੇਵ ਸਾਹਿਬ ਜੀ ਨੇ ਖੁਦ ਬੱਚਿਆਂ ਨੂੰ ਪੜ੍ਹਾ ਕੇ ਇਹਨਾਂ ਗੁਰਮੁਖੀ ਅੱਖਰਾਂ ਨੂੰ ਪ੍ਰਚਾਰਿਆ। ਤੇ ਆਪਾਂ ਤੱਕੀਏ ਸਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਦਸਵੇਂ ਪਾਤਸ਼ਾਹ ਜੀ ਦੀ ਸਾਰੀ ਸੰਪੂਰਨ ਬਾਣੀ, ਸ੍ਰੀ ਦਸਮ ਗ੍ਰੰਥ ਸਾਹਿਬ, ਸਰਬਲੋ ਪ੍ਰਕਾਸ਼ ਗ੍ਰੰਥ, ਭਾਈ ਗੁਰਦਾਸ ਜੀ ਦੀ ਬਾਣੀ, ਸਾਡਾ ਸਾਰਾ ਇਤਿਹਾਸ ਇਹ ਗੁਰਮੁਖੀ ਲਿਪੀ ਵਿੱਚ ਲਿਖਿਆ ਗਿਆ ਹੈ। ਬੇਸ਼ੱਕ ਹੋਰ ਭਾਸ਼ਾਵਾਂ ਸੰਮਿਲਿਤ ਹਨ, ਪਰ ਲਿਪੀ ਗੁਰਮੁਖੀ। ਬੇਸ਼ੱਕ ਗੁਰਮੁਖਾਂ ਦੇ ਸੋਹਣੇ ਉਦਮ ਦੇ ਸਦਕਾ ਗੁਰਬਾਣੀ ਦਾ ਤਰਜਮਾ ਹੋਰਨਾਂ ਭਾਸ਼ਾਵਾਂ ਵਿੱਚ ਵੀ ਕੀਤਾ ਜਾਂਦਾ, ਗੁਟਕੇ ਛਾਪੇ ਜਾਂਦੇ, ਵੰਡੇ ਜਾਂਦੇ ਨੇ, ਭਾਵਨਾ ਹੈ ਗੁਰਮੁਖਾਂ ਦੀ। ਪਰ ਇੱਕ ਗੱਲ ਵਿਚਾਰ ਕਰਕੇ ਤੱਕ ਲਿਓ ਕਿ ਗੁਰਬਾਣੀ ਦਾ ਸ਼ੁੱਧ ਪਾਠ ਕੇਵਲ ਤੇ ਕੇਵਲ ਗੁਰਮੁਖੀ ਵਿੱਚ ਹੀ ਹੋ ਸਕਦਾ ਹੈ, ਕਿਉਂਕਿ ਗੁਰਬਾਣੀ ਦੇ ਨਾਲ ਜੋ ਲਗਾ ਮਾਤਰਾ ਲੱਗੀਆਂ ਨੇ, ਇਹ ਲਗਾ ਮਾਤਰਾ ਵੀ ਅਰਥ ਰੱਖਦੀਆਂ ਨੇ, ਇਹਨਾਂ ਦਾ ਵੀ ਭਾਵ ਹੈ, ਇਹ ਵਾਧੂ ਨਹੀਂ ਲੱਗੀਆਂ ਹੋਈਆਂ। ਤੇ ਕਿਸੇ ਹੋਰ ਭਾਸ਼ਾ ਦੇ ਵਿੱਚ ਇਹ ਲਗਾ ਮਾਤਰਾ ਇਸ ਰੂਪ ਵਿੱਚ ਨਾ ਆਪਾਂ ਲਾ ਸਕਦੇ ਹਾਂ, ਨਾ ਉਚਾਰਨ ਕਰ ਸਕਦੇ ਹਾਂ। ਅੰਗਰੇਜ਼ੀ ਵਰਗੀਆਂ ਭਾਸ਼ਾਵਾਂ ਆਪਾਂ ਵੇਖ ਲਈਏ, ਕਿੱਥੋਂ ਲਗਾ ਮਾਤਰਾ ਲਿਆਵਾਂਗੇ ਤੇ ਕਿੱਥੋਂ ਉਹ ਅੱਖਰ ਲਿਆਵਾਂਗੇ ਅੰਗਰੇਜ਼ੀ ਵਿੱਚ ਜਿਹੜੇ ਸਾਡੇ ਕੋਲ ਪੰਜਾਬੀ ਵਿੱਚ ਹਨ। ਉਹ ਅੰਗਰੇਜ਼ੀ ਵਰਣਮਾਲਾ ਵਿੱਚ ਹੈ ਹੀ ਨਹੀਂ। ਕਿਵੇਂ ਆਪਾਂ ਬਾਣੀ ਪੜ੍ਹ ਸਕਾਂਗੇ, ਕਿਵੇਂ ਆਪਣੇ ਵਿਰਸੇ ਨਾਲ ਜੁੜ ਸਕਾਂਗੇ? ਕਿੱਡੀ ਹੈਰਾਨੀ ਦੀ ਗੱਲ ਹੈ। ਅਸੀਂ ਪੰਜਾਬ ਤੋਂ ਬਾਹਰ ਜਾਈਏ ਤਾਂ ਉੱਧਰ ਦੇ ਵਸਨੀਕਾਂ ਨਾਲ ਅਸੀਂ ਆਪਣੀ ਭਾਸ਼ਾ ਛੱਡ ਕੇ ਉਹਨਾਂ ਦੀ ਭਾਸ਼ਾ ਵਿੱਚ ਗੱਲ ਕਰੀਏ, ਤੇ ਬਾਹਰਲੇ ਜੇ ਸਾਡੇ ਕੋਲ ਆਉਣ
ਤੇ ਫਿਰ ਵੀ ਅਸੀਂ ਆਪਣੀ ਭਾਸ਼ਾ ਛੱਡ ਕੇ ਉਹਨਾਂ ਦੀ ਭਾਸ਼ਾ 'ਚ ਗੱਲ ਕਰੀਏ, ਕੀ ਇਹ ਸਾਡੀ ਹੇਠੀ ਵਾਲੀ ਗੱਲ ਨਹੀਂ? ਕੀ ਸਾਧ ਸੰਗਤ ਜੀ ਇਹ ਸਾਡਾ ਵਿਰਸਾ ਖਤਮ ਹੋਣ ਵਾਲੀ ਗੱਲ ਨਹੀਂ? ਠੀਕ ਹੈ, ਜਦੋਂ ਬਾਹਰਲੇ ਇਲਾਕਿਆਂ ਵਿੱਚ ਗਏ ਆ ਉਦੋਂ ਅਸੀਂ ਉਹਨਾਂ ਦੇ ਇਲਾਕੇ ਦੀ ਭਾਸ਼ਾ ਵਰਤ ਲਈਏ, ਆਪਣੇ ਦੇਸ਼ ਵਿੱਚ, ਆਪਣੇ ਇਲਾਕੇ ਵਿੱਚ, ਆਪਣੇ ਸੂਬੇ ਵਿੱਚ ਆਪਣੀ ਭਾਸ਼ਾ ਨੂੰ ਪ੍ਰਮੁੱਖ ਰੱਖੀਏ। ਔਰ ਬੇਨਤੀ ਕਰਾਂ, ਦੁਨੀਆ 'ਚ ਜਿੱਥੇ ਮਰਜ਼ੀ ਜਾ ਕੇ ਦੇਖ ਲਈਏ, ਇੱਕੋ ਇੱਕ ਸਿਰਫ ਅਸੀਂ ਹੀ ਅਸੀਂ ਆ ਜਿਹੜੇ ਆਪਣੀ ਭਾਸ਼ਾ ਬੋਲਣ ਦੇ ਵਿੱਚ ਕੁਝ ਸ਼ਰਮ ਮਹਿਸੂਸ ਕਰਦੇ ਆ ਕਿ ਜੇ ਪੰਜਾਬੀ ਵਿੱਚ ਗੱਲ ਕਰਾਂਗੇ, ਜੇ ਸਾਡੇ ਬੱਚੇ ਪੰਜਾਬੀ ਵਿੱਚ ਗੱਲ ਕਰਨਗੇ ਤਾਂ ਕਿਧਰੇ ਇਹ ਪ੍ਰਭਾਵ ਨਾ ਚਲਿਆ ਜਾਵੇ ਕਿ ਇਹ ਅਨਪੜ੍ਹ ਨੇ, ਇਹਨਾਂ ਨੂੰ ਪੜ੍ਹਨਾ ਨਹੀਂ ਆਉਂਦਾ, ਬੋਲਣਾ ਨਹੀਂ ਆਉਂਦਾ। ਅਸੀਂ ਆਪਣੀ ਭਾਸ਼ਾ ਵਰਤਣ ਤੋਂ ਗੁਰੇਜ਼ ਕਰਦੇ ਹਾਂ। ਹਿੰਦੁਸਤਾਨ ਵਿੱਚ ਕਿਸੇ ਵੀ ਸੂਬੇ ਵਿੱਚ ਵਿਚਰ ਲਾਓ, ਹਿੰਦੁਸਤਾਨ ਤੋਂ ਬਾਹਰ ਕਿਤੇ ਵੀ ਚਲੇ ਜਾਓ, ਸਾਰੇ ਆਪਣੀ ਭਾਸ਼ਾ 'ਤੇ ਬੜਾ ਫਖਰ ਕਰਦੇ ਨੇ, ਮਾਣ ਮਹਿਸੂਸ ਕਰਦੇ ਨੇ। ਆ ਕਰਨਾਟਕ ਚਲੇ ਜਾਓ, ਕੇਰਲਾ ਚਲੇ ਜਾਓ, ਹੋਰਨਾਂ ਐਸੇ ਸੂਬਿਆਂ ਚਲੇ ਜਾਓ, ਨਾਗਾਲੈਂਡ ਚਲੇ ਜਾਓ, ਉਹ ਹਿੰਦੀ ਨੂੰ ਨੇੜੇ ਤੇੜੇ ਵੀ ਨਹੀਂ ਫਟਕਣ ਦਿੰਦੇ, ਆਪਣੀ ਭਾਸ਼ਾ ਨੂੰ ਮੁੱਖ ਰੱਖਿਆ। ਚਲੇ ਜਾਓ ਜਰਮਨ ਵਰਗੇ ਦੇਸ਼ਾਂ ਵਿੱਚ, ਉਹ ਡੱਚ ਤੋਂ ਬਿਨਾਂ ਹੋਰ ਭਾਸ਼ਾ ਨੂੰ ਨੇੜੇ ਨਹੀਂ ਆਉਣ ਦਿੰਦੇ, ਆਪਣੀ ਭਾਸ਼ਾ ਨੂੰ ਮਾਣ ਦਿੰਦੇ ਨੇ, ਸਤਿਕਾਰ ਦਿੰਦੇ ਨੇ। ਇੱਕ ਸਾਡੇ ਵਿੱਚ ਹੀ ਇਹ ਬਹੁਤੀ ਕਮੀ ਆ ਗਈ ਕਿ ਸਾਨੂੰ ਪੰਜਾਬੀ ਬੋਲਣੀ, ਪੰਜਾਬੀ ਪੜ੍ਹਨੀ, ਪੰਜਾਬੀ ਵਿੱਚ ਗੱਲਬਾਤ ਕਰਨੀ ਆਪਣੀ ਹੀਣਤਾ ਜਾਪਦੀ ਹੈ। ਇਹ ਭਾਵ ਆਪਣੇ ਮਨ ਵਿੱਚੋਂ ਕੱਢੀਏ, ਆਪਣੀ ਭਾਸ਼ਾ ਨਾਲ ਜੁੜੀਏ ਅਤੇ ਗੁਰਮੁਖੀ ਅੱਖਰਾਂ ਦਾ ਹਮੇਸ਼ਾ ਸਤਿਕਾਰ ਕਰੀਏ। ਹਾਂਜੀ, ਪ੍ਰੇਮੀਆਂ ਵੱਲੋਂ ਬੇਨਤੀ ਆਈ ਹੈ ਕਿ ਕਈ ਪ੍ਰੇਮੀ ਪਾਠ ਕਰਦਿਆਂ ਜੋ ਤੁਧ ਭਾਵੈ ਸਾਈ ਭਲੀ ਕਾਰ, ਇਹਨੂੰ ਸਾਈਂ ਬੋਲ ਜਾਂਦੇ ਆ ਬਿੰਦੀ ਲਾ ਕੇ। ਸੋ ਸਾਧ ਸੰਗਤ ਜੀ, ਐਸਾ ਨਹੀਂ ਕਰਨਾ। ਜੋ ਤੁਧ ਭਾਵੈ ਸਾਈ, ਸਾਈ ਮੈਨੇ ਉਹ ਜਿਹੜੀ ਵਾਹਿਗੁਰੂ ਤੈਨੂੰ ਗੱਲ ਚੰਗੀ ਲੱਗਦੀ ਹੈ ਸੋ ਭਲੀ ਹੈ। ਪਰ ਜੇ ਸਾਈਂ ਬੋਲਾਂਗੇ, ਸਾਈਂ ਦਾ ਅਰਥ ਹੈ ਮਾਲਕ, ਸੁਆਮੀ, ਵਾਹਿਗੁਰੂ। ਸੋ ਇਸ ਕਰਕੇ ਇੱਥੇ ਉਹ ਅਰਥ ਨਹੀਂ ਬਣਦਾ। ਇੱਥੇ ਸਾਈ ਪਾਠ ਉਚਾਰਨ ਕਰਨਾ ਹੈ, ਸਾਈਂ ਨਹੀਂ ਕਰਨਾ। ਜੋ ਤੁਧ ਭਾਵੈ ਸਾਈ ਭਲੀ ਕਾਰ। ਹਾਂਜੀ ਹਾਂਜੀ, ਹੁਣ ਆਪਾਂ ਗੁਰਬਾਣੀ ਦੇ ਨਾਲ ਜੁੜੀਏ ਜੀ। ਅੰਮ੍ਰਿਤ ਰੂਪ ਬਾਣੀ ਦਾ ਪਾਠ ਸਰਵਣ ਕਰੀਏ, ਸਮਝੀਏ। ਕੋਈ ਅੱਗੇ ਨਾ ਬੋਲਿਓ, ਕੋਈ ਨਾਲ ਨਾਲ ਬੋਲਣ ਦਾ ਯਤਨ ਨਾ ਕਰੇ। ਹਾਂ, ਗੁਪਤ ਰੂਪ ਵਿੱਚ ਮੂੰਹ ਵਿੱਚ ਨਾਲ ਨਾਲ ਕੇ ਭਾਵੇਂ ਬੋਲ ਕੇ ਬਾਣੀ ਪੜ੍ਹੀ ਜਾਓ, ਪਰ ਯਤਨ ਇਹ ਹੋਵੇ ਕਿ ਜੋ ਉਚਾਰਨ ਹੋ ਰਿਹਾ ਅਸੀਂ ਉਹ ਉਚਾਰਨ ਸੁਣੀਏ, ਸਮਝੀਏ ਅਤੇ ਸਾਡਾ ਵੀ ਉਚਾਰਨ ਸਹੀ ਹੋਵੇ। ਪੁਰਜ਼ੋਰ ਯਤਨ ਆਪਾਂ ਇਹ ਕਰਨਾ ਹੈ ਜੀ। ਹਾਂਜੀ, ਅੱਖਰਾ ਸਿਰ ਸੰਜੋਗ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਹੈ ਸਿਰ ਭਾਰ ਹੋਏ। ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ। ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ। ਜਿਨ ਇਹ ਲਿਖੇ ਤਿਸ ਸਿਰ ਨਾਹ ਜਿਵ ਫੁਰਮਾਏ ਤਿਵ ਤਿਵ ਪਾਹਿ। ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ। ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ। ਭਰੀਆ ਹੱਥ ਪੈਰ ਤਨ ਦੇਹ ਪਾਣੀ ਧੋਤਾ ਉੱਤਰ ਸੁਖੇਹ। ਉੱਤਰ ਸੋ ਖੇਹ, ਇਹ ਪਾਠ ਅਲੱਗ ਅਲੱਗ ਹੈ। ਭਰੀਐ ਹੱਥ ਪੈਰ ਤਨ ਦੇਹ, ਸਾਡਾ ਇਹ ਸਰੀਰ, ਸਾਡੇ ਹੱਥ ਪੈਰ ਮਿੱਟੀ ਘੱਟੇ ਨਾਲ ਭਰ ਜਾਣ ਤਾਂ ਪਾਣੀ ਧੋਤਾ ਉੱਤਰ ਸੋ ਖੇਹ। ਪਾਣੀ ਨਾਲ ਧੋਣ ਤੋਂ ਉਹ ਖੇਹ, ਉਹ ਮਿੱਟੀ ਘੱਟਾ ਉੱਤਰ ਜਾਂਦਾ ਹੈ। ਸੋ ਇਸ ਵਾਸਤੇ ਇਹ ਵੱਖ ਵੱਖ ਪਾਠ ਕਰਨਾ।
ਕਈ ਸਾਡੇ ਵੀਰ ਉੱਤਰ ਸਖੇ ਵੀ ਪਾਠ ਕਰਦੇ ਨੇ, ਸੋ ਉਹ ਦੂਸਰੇ ਰੂਪ ਵਿੱਚ ਪਾਠ ਹੋ ਸਕਦਾ ਹੈ। ਮੁੱਖ ਰੂਪ ਵਿੱਚ ਉੱਤਰ ਸੋਖੇ ਵੱਖ-ਵੱਖ ਕਰਨਾ ਜੀ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਆ ਉਹ ਧੋਏ। ਦੇ ਸਾਬੂਣ, ਇੱਥੇ ਦੁਲੈਂਕੜ ਲੱਗੀ ਹੈ ਬੱਬੇ ਨੂੰ, ਇਸ ਲਈ ਦੁਲੈਂਕੜ ਹੀ ਬੋਲਣੀ ਹੈ, ਸਾਬਣ ਨਹੀਂ ਬੋਲਣਾ। ਸਤਿਗੁਰੂ ਜੀ ਨੇ ਕਾਵ ਦੀ ਚਾਲ ਨੂੰ ਪ੍ਰਮੁੱਖ ਰੱਖਦਿਆਂ ਹੋਇਆਂ ਇੱਥੇ ਦੁਲੈਂਕੜ ਲਗਾਈ ਹੈ। ਦੇ ਸਾਬੂਣ ਲਈਐ ਉਹ ਧੋਏ। ਉਹ ਊੜਾ ਖੁੱਲ੍ਹੇ ਮੂੰਹ ਵਾਲਾ ਹੈ, ਜਿਸ ਦਾ ਭਾਵ ਊੜੇ ਉੱਪਰ ਹੋੜੇ ਦੀ ਆਵਾਜ਼, ਇਸ ਲਈ ਉਹ ਧੋਏ ਨਹੀਂ ਬੋਲਣਾ, ਉਹ ਧੋਏ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਪੁੰਨੀ ਪਾਪੀ ਆਖਣ ਨਾਹਿ, ਕਰ ਕਰ ਕਰਣਾ ਲਿਖ ਲੈ ਜਾਹ। ਆਪੇ ਬੀਜ ਆਪੇ ਹੀ ਖਾਹ, ਨਾਨਕ ਹੁਕਮੀ ਆਵਹ ਜਾਹ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਵ, ਅੰਤਰਗਤ ਤੀਰਥ ਮਲ ਨਾਵ। ਸਭ ਗੁਣ ਤੇਰੇ ਮੈਂ ਨਾਹੀ ਕੋਇ, ਵਿਣ ਗੁਣ ਕੀਤੇ ਭਗਤ ਨਾ ਹੋਇ। ਸਵਸਤ ਆਥ ਬਾਣੀ ਬਰਮਾਉ, ਸਤ ਸੁਹਾਣ ਸਦਾ ਮਨ ਚਾਉ। ਕਵਣ ਸੁਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ। ਕਵਣ ਸਿਰੁੱਤੀ ਮਾਹੁ ਕਵਣ, ਜਿਤ ਹੋਆ ਆਕਾਰ। ਵੇਲ ਨ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ। ਵਖਤ ਨ ਪਾਇਓ ਕਾਦੀਆ, ਜੇ ਲਿਖਨ ਲੇਖ ਕੁਰਾਨ। ਥਿਤ ਵਾਰ ਨ ਜੋਗੀ ਜਾਣੈ, ਵਖਤ ਨਾ ਪਾਇਓ ਕਾਦੀਆ, ਇੱਥੇ ਬਿੰਦੀ ਨਹੀਂ ਲਗਾਉਣੀ। ਦੱਦਾ ਤੇ ਜੱਜਾ ਸਵਰਨੀ ਅੱਖਰ ਮੰਨੇ ਜਾਂਦੇ ਨੇ, ਕਾਜੀਆਂ ਤੋਂ ਭਾਵ ਹੈ। ਹਜ਼ੂਰ ਫਰਮਾਉਂਦੇ ਜੋ ਸ੍ਰਿਸ਼ਟੀ ਦੀ ਸਿਰਜਣਾ ਜਦੋਂ ਹੋਈ ਹੈ, ਪੰਡਤਾਂ ਨੇ ਵੀ ਉਸ ਵੇਲੇ ਨੂੰ ਜਾਣਿਆ ਨਹੀਂ। ਵੱਡੇ ਵੱਡੇ ਬਿਆਸ ਵਰਗੇ ਜਿਹੜੇ ਪੰਡਤ ਹੋਏ ਉਹ ਵੀ ਨਹੀਂ ਜਾਣ ਸਕੇ। ਜੇ ਜਾਣਿਆ ਹੁੰਦਾ ਤਾਂ ਕੋਈ ਪੁਰਾਣ ਵਿੱਚ ਲੇਖ ਲਿਖੇ ਹੋਏ ਹੁੰਦੇ। ਵਕਤ ਨਾ ਪਾਇਓ ਕਾਦੀਆ, ਜਿਹੜੇ ਕਾਜੀ ਹਨ ਉਹ ਵੀ ਉਸ ਵਕਤ ਨੂੰ ਪਾ ਨਹੀਂ ਸਕੇ, ਉਹ ਵੀ ਨਹੀਂ ਲੱਭ ਸਕੇ। ਮੁਹੰਮਦ ਜੀ ਵਰਗੇ ਔਰ ਉਹਨਾਂ ਦੇ ਪੈਰੋਕਾਰ ਜੇ ਉਹ ਜਾਣ ਸਕੇ ਹੁੰਦੇ ਤਾਂ ਕੁਰਾਨ ਵਿੱਚ ਕੋਈ ਲੇਖ ਲਿਖ ਦਿੱਤਾ ਹੁੰਦਾ। ਜੇ ਲਿਖਣ ਲੇਖ ਕੁਰਾਨ, ਲਿਖਣ ਜਿਵੇਂ ਸੰਤ ਜੀ ਨੇ ਪਹਿਲਾਂ ਵੀ ਬੇਨਤੀ ਕੀਤੀ, ਨੰਨੇ ਨੂੰ ਅੜਾਣਾ ਨਹੀਂ ਬਣਾਉਣਾ, ਲਿਖਣ ਨਹੀਂ ਬੋਲਣਾ। ਜੇ ਲਿਖਣ ਲੇਖ ਕੁਰਾਨ। ਥਿਤ ਵਾਰ ਨਾ ਜੋਗੀ ਜਾਣੈ, ਥਿਤ ਵਾਰ ਨਾ ਜੋਗੀ ਜਾਣੈ। ਰੁੱਤ ਮਾਹ ਨਾ ਕੋਈ, ਜਾ ਕਰਤਾ ਸਿਰ ਠੀਕਉ ਸਾਜੇ। ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਾਲਾਹੀ। ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ। ਇਕ ਦੂ ਇਕ ਸਿਆਣਾ। ਨਾਨਕ ਤੇ ਇਥੇ ਜਮਕ ਲੱਗੇਗੀ। ਨਾਨਕ ਆਖਣ ਸਭ ਕੋ ਆਖੈ, ਇਕ ਦੂ ਇਕ ਸਿਆਣਾ। ਹਾਂਜੀ, ਇੱਕ ਦੋ ਸੰਬੰਧਕ ਪਾਠ ਪਿੱਛੇ ਵੀ ਸੰਗਤਾਂ ਨੂੰ ਦੱਸਿਆ ਸੀ। ਸੰਬੰਧਕ ਪਾਠ ਉਹ ਹੁੰਦਾ ਜੋ ਨਾ ਬਿਲਕੁਲ ਨਾਲ ਜੁੜਵਾ ਹੋਵੇ ਅਤੇ ਨਾ ਵੱਖਰਾ ਹੋਵੇ। ਥੋੜ੍ਹਾ ਜਿਹਾ ਨਾਲ ਮੇਲ ਕੇ ਬੋਲਣਾ,
ਇੱਕ ਦੂ। ਹਾਂਜੀ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ। ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨ ਸੋਹੈ। ਪਾਤਾਲਾ ਪਾਤਾਲ ਲਖ, ਆਗਾਸਾ ਆਗਾਸ। ਨਾਨਕ ਜੇ ਕੋ ਆਪੋ ਜਾਣੈ, ਆਪੋ ਪੱਪੇ ਨੂੰ ਕਨੌੜਾ ਹੈ, ਆਪੋ ਨਹੀਂ ਬੋਲਣਾ ਜਾਂ ਆਪੂ ਵੀ ਨਹੀਂ ਬੋਲਣਾ। ਕਈਆਂ ਦੀ ਇੱਥੋਂ ਤੱਕ ਗਲਤੀ ਵੇਖੀ ਹੈ ਕਿ ਨਾਨਕ ਜੇ ਕੋ ਆਪੂ ਜਾਣੈ, ਨਹੀਂ ਇਸ ਤਰ੍ਹਾਂ ਕਦੇ ਵੀ ਨਹੀਂ ਕਰਨਾ। ਪੱਪੇ ਤੇ ਕਨੌੜਾ ਹੈ। ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋ ਹੈ। ਗਿਆ ਗਿਆ ਬੋਲਣਾ ਹੈ, ਗਿਆ ਨਹੀਂ। ਆਮ ਪਾਠੀ ਗਿਆ ਬੋਲਦੇ ਨੇ, ਗੱਗੇ ਸਿਆਰੀ ਐੜੇ ਕੰਨਾ। ਅੱਗੇ ਗਿਆ ਨਾ ਸੋ ਹੈ। ਹਾਂਜੀ। ਪਾਤਾਲਾ ਪਾਤਾਲ ਲਖ, ਆਗਾਸਾ ਆਗਾਸ। ਓੜਕ ਓੜਕ ਭਾਲ ਥੱਕੇ, ਵੇਦ ਕਹਿਨ ਇੱਕ ਬਾਤ। ਸਹਸ 18 ਕਹਿਨ ਕਤੇਬਾ, ਅਸਲੂ ਇੱਕ ਧਾਤ। ਸਹਸ 18 ਕਹਿਨ ਕਤੇਬਾ, ਅਸਲੂ ਇੱਕ ਧਾਤ। ਇੱਕ ਤੇ ਜਮਕ ਲੱਗਦੀ ਹੈ, ਅਸਲੂ ਇੱਕ ਧਾਤ। ਹਾਂਜੀ। ਸਹਸ 18 ਕਹਿਨ ਕਤੇਬਾ, ਅਸਲੂ ਇੱਕ ਧਾਤ। ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਵਿਨਾਸ਼। ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ। ਨਾਨਕ ਤੇ ਜਮਕ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ। ਸਾਲਾਹੀ ਸਾਲਾਹ, ਏਤੀ ਸੁਰਤ ਨ ਪਾਈਆ। ਨਦੀਆ ਅਤੈ ਵਾਹ, ਪਵਹਿ ਸਮੁੰਦ ਨ ਜਾਣੀਐ। ਨਦੀਆ ਅਤੈ ਵਾਹ, ਅਤੈ ਪੋਲਾ ਬੋਲਣਾ, ਅਤੈ ਨਹੀਂ ਕਰਨਾ। ਨਦੀਆ ਅਤੈ ਵਾਹ, ਪਵਹਿ ਸਮੁੰਦ ਨਾ ਜਾਣੀਐ ਹੈ। ਸਮੁੰਦ ਤੇ ਜਮਕ ਲੱਗਦੀ ਹੈ, ਪਵਹਿ ਸਮੁੰਦ ਨਾ ਜਾਣੀਐ ਹੈ। ਸਮੁੰਦ ਸਾਹ ਸੁਲਤਾਨ, ਗਿਰਹਾ ਸੇਤੀ ਮਾਲ ਧਨ। ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨਹੁ ਨ ਵੀਸਰਹਿ। ਅੰਤ ਨ ਸਿਫਤੀ ਕਹਿਣ ਨ ਅੰਤ, ਅੰਤ ਨ ਕਰਣੈ ਦੇਣ ਨ ਅੰਤ। ਅੰਤ ਨ ਵੇਖਣ ਸੁਣਨ ਨ ਅੰਤ। ਅੰਤ ਨਾ ਵੇਖਣ, ਸੁਣਨ ਨਾ ਅੰਤ। ਸੁਣਨ ਦੋਵੇਂ ਨਾਣੇ ਆਏ ਨੇ ਇੱਥੇ। ਆਮ ਤੇ ਗਲਤੀ ਜੇ ਹੈ, ਸੁਣਨ ਬੋਲ ਜਾਂਦੇ ਨੇ, ਸੁਣਨ ਨਾ ਅੰਤ। ਸੋ ਥੋੜ੍ਹਾ ਅਭਿਆਸ ਕਰਨਾ ਪਵੇਗਾ, ਜ਼ਰੂਰ ਗੁਰੂ ਕੀ ਕਿਰਪਾ ਨਾਲ ਉਚਾਰਨ ਸ਼ੁੱਧ ਹੋਵੇਗਾ। ਦੋਨੋਂ ਨਾਣੇ ਉਚਾਰਨ ਕਰਨੇ ਹਨ, ਅੰਤ ਨਾ ਵੇਖਣ, ਸੁਣਨ ਨਾ ਅੰਤ। ਅੰਤ ਨ ਜਾਪੈ ਕਿਆ ਮਨ ਮੰਤ। ਰੁਕਣਾ। ਸੋ ਇੱਕ ਪਰਚੀ ਆਏ ਤੇ ਦੇ ਸਾਬੂਨ ਲਈਐ ਉਹ ਧੋਏ, ਇਸ ਦਾ ਅਰਥ ਹੈ। ਇਹ ਤਾਂ ਸਾਧ ਸੰਗਤ ਜੀ ਬਿਲਕੁਲ ਸਪਸ਼ਟ ਹੈ, ਬਹੁਤਾ ਔਖਾ ਅਰਥ ਨਹੀਂ। ਮਹਾਰਾਜ ਜੀ ਦੇ ਪਾਵਨ ਬਚਨ ਨੇ ਕਿ ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉੱਤਰ ਸੋ ਖੇਹ। ਮਿੱਟੀ ਘੱਟੇ ਨਾਲ ਸਾਡੇ ਹੱਥ ਪੈਰ ਭਰ ਜਾਣ, ਸਰੀਰ ਮਿੱਟੀ ਘੱਟੇ ਨਾਲ ਅਟਿਆ ਜਾਵੇ ਤਾਂ ਪਾਣੀ ਨਾਲ ਧੋਣ ਤੋਂ ਉਹ ਖੇਹ ਉਤਰ ਜਾਂਦੀ ਹੈ। ਤੇ ਕਹਿੰਦੇ ਨੇ ਮੂਤ ਪਲੀਤੀ ਕੱਪੜ ਹੋਏ। ਕੱਪੜਾ ਮੈਲਾ ਹੋ ਜਾਵੇ, ਅਪਵਿੱਤਰ ਹੋ ਜਾਵੇ, ਗੰਧਲਾ ਹੋ ਜਾਵੇ, ਜਦੋਂ ਅਸੀਂ ਸਰੀਰਕ ਕਿਰਿਆ ਕਰਦੇ ਹਾਂ, ਮਲ ਮੂਤਰ ਦਾ ਤਿਆਗ ਕਰਦੇ ਹਾਂ, ਕਈ ਵਾਰ ਉਹ ਵੀ ਕੱਪੜਿਆਂ ਨੂੰ ਲੱਗ ਜਾਂਦਾ ਹੈ। ਇਉਂ ਜਦੋਂ ਬਸਤਰ ਗੰਦਾ ਜਾਂ ਅਪਵਿੱਤਰ ਹੋ ਜਾਵੇ ਤਾਂ ਦੇ ਸਾਬੂਨ ਲਈਐ ਉਹ ਧੋਏ। ਉਹ ਇਕੱਲੇ ਪਾਣੀ ਨਾਲ ਨਹੀਂ ਧੋਤਾ ਜਾਂਦਾ, ਉਸ ਨਾਲ ਸਾਬਣ ਵੀ ਵਰਤਣਾ ਪੈਂਦਾ ਹੈ। ਸਾਬਣ ਲਾ ਕੇ ਉਸ ਨੂੰ ਧੋ ਲਿਆ ਜਾਂਦਾ ਹੈ। ਇਸੇ ਤਰ੍ਹਾਂ ਭਰੀਐ ਮਤ ਪਾਪਾਂ ਕੈ ਸੰਗ। ਸਾਡੀ ਮਤ, ਸਾਡੇ ਬੁੱਧ ਪਾਪਾਂ ਨਾਲ ਭਰੀ ਹੋਈ ਹੈ।
ਉਹ ਕਿਵੇਂ ਸਾਫ਼ ਹੋਵੇ? ਉਹ ਧੋਪੈ ਨਾਵੈ ਕੈ ਰੰਗ, ਉਹ ਪਰਮੇਸ਼ਰ ਦੇ ਨਾਮ ਦੇ ਰੰਗ ਨਾਲ, ਨਾਮ ਨਾਲ ਧੋਤੀ ਜਾਵੇਗੀ, ਨਾਮ ਜਪਣ ਨਾਲ ਮਤ ਹੱਛੀ ਹੋਵੇਗੀ। ਮਹਾਂਪੁਰਖਾਂ ਬਚਨ ਲਿਖੇ ਨੇ, ਮਤ ਪਾਪਾਂ ਸੇ ਭਰ ਰਹੀ, ਨਾਮ ਸਾਬੂਨ ਲਗਾਏ, ਨਿਸ਼ਚਾ ਪਟੜਾ ਡਾਹੇ ਕੈ ਉਦਮ ਕਰੋ ਸਦਾਏ, ਸਤ ਸੰਗਤ ਤਾ ਲਾਭ ਮਹਿ ਪ੍ਰੇਮ ਕੋ ਪਾਣੀ ਜਾਹੇ, ਮਨ ਬਸਤਰ ਕੋ ਧੋਈਐ ਮੁਕੀ ਜੁਗਤ ਲਗਾਹੇ। ਬਜ਼ੁਰਗ ਜਾਣਦੇ ਨੇ, ਪੁਰਾਣੇ ਸਮਿਆਂ ਵਿੱਚ ਤਲਾਬਾਂ ਦੇ ਕਿਨਾਰੇ ਜਾ ਕੇ ਮਾਈਆਂ ਬੀਬੀਆਂ ਕੱਪੜੇ ਧੋਇਆ ਕਰਦੀਆਂ ਸਨ, ਅਤੇ ਬਸਤਰ ਧੋਣ ਵਾਸਤੇ ਕੋਈ ਲੱਕੜ ਦਾ ਫੱਟਾ ਵਗੈਰਾ ਹੇਠਾਂ ਰੱਖਿਆ ਜਾਂਦਾ ਸੀ, ਜਿਸ ਨੂੰ ਪਟੜਾ ਕਿਹਾ ਜਾਂਦਾ ਹੈ। ਸੋ ਇਹ ਪੰਕਤੀ ਦੀ ਵਿਆਖਿਆ ਕਰਦਿਆਂ ਗੁਰਮੁਖਾਂ ਨੇ ਬਚਨ ਕੀਤੇ ਕਿ ਮਤ ਪਾਪਾਂ ਸੇ ਭਰ ਰਹੀ, ਨਾਮ ਸਾਬੂਨ ਲਗਾਏ। ਸਾਡੀ ਮਤ ਪਾਪਾਂ ਔਗਣਾਂ ਵਿਕਾਰਾਂ ਨਾਲ ਭਰੀ ਗੰਦੀ ਹੋਈ ਹੈ। ਮਨ ਦੀ ਇਸ ਮਤ ਨੂੰ ਧੋਣ ਲਈ ਨਾਮ ਰੂਪੀ ਸਾਬਣ ਵਰਤਿਆ ਜਾਵੇ। ਨਿਸ਼ਚਾ ਪਟੜਾ ਡਾਹੇ ਕੈ ਉਦਮ ਕਰੋ ਸਦਾਏ, ਨਿਸ਼ਚਾ ਰੂਪੀ ਪਟੜਾ ਹੋਵੇ, ਗੁਰੂ 'ਤੇ ਭਰੋਸਾ ਰੱਖਣਾ, ਨਿਸ਼ਚਾ ਰੱਖਣਾ। ਇਹ ਨਿਸ਼ਚੇ ਦਾ ਪਟੜਾ ਰੱਖ ਕੇ ਮਨ ਨੂੰ ਧੋਣ ਦਾ ਆਪਾਂ ਯਤਨ ਕਰਨਾ ਹੈ। ਸਤ ਸੰਗਤ ਤਾ ਲਾਭ ਮੈਂ ਪ੍ਰੇਮ ਕੋ ਪਾਣੀ ਜਾਹੇ, ਸਤ ਸੰਗਤ ਰੂਪੀ ਇਹ ਤਲਾਬ ਹੈ, ਜਿਸ ਸਤ ਸੰਗਤ ਰੂਪੀ ਤਲਾਬ ਵਿੱਚ ਵਾਹਿਗੁਰੂ ਕੇ ਪ੍ਰੇਮ ਦਾ ਪਾਣੀ ਹੈ, ਸਤਿਗੁਰਾਂ ਦੇ ਪ੍ਰੇਮ ਦਾ ਪਾਣੀ ਹੈ। ਇਉਂ ਸਤ ਸੰਗਤ ਰੂਪੀ ਤਾਲਾਬ 'ਤੇ ਆ ਕੇ ਵਾਹਿਗੁਰੂ ਕਾ ਪ੍ਰੇਮ ਰੂਪੀ ਗੁਰਸਿੱਖੀ ਦਾ ਪ੍ਰੇਮ ਰੂਪੀ ਪਾਣੀ ਵਰਤਦਿਆਂ ਹੋਇਆਂ ਮਨ ਰੂਪੀ ਬਸਤਰ ਨੂੰ ਨਾਮ ਰੂਪੀ ਸਾਬਣ ਲਾ ਕੇ ਮਨ ਬਸਤਰ ਕੋ ਧੋਈਆ ਮੁੱਕੀ ਜੁਗਤ ਲਗਾ ਹੈ। ਜਿਵੇਂ ਕੱਪੜੇ ਵਿੱਚੋਂ ਮੁੱਕੀਆਂ ਮਾਰ ਮਾਰ ਕੇ ਮੈਲ ਕੱਢੀ ਜਾਂਦੀ ਹੈ, ਜੁਗਤ ਦੀਆਂ ਮੁੱਕੀਆਂ ਭਾਵ ਕਿ ਗੁਰੂ ਕੀ ਦੱਸੀ ਜੁਗਤ, ਗੁਰੂ ਕੇ ਉਪਦੇਸ਼ ਦੀਆਂ ਮੁੱਕੀਆਂ ਮਾਰ ਮਾਰ ਕੇ ਇਸ ਮਨ ਰੂਪੀ ਬਸਤਰ ਵਿੱਚੋਂ ਔਗਣਾਂ ਵਿਕਾਰਾਂ ਦੀ ਮੈਲ ਨੂੰ ਬਾਹਰ ਕੱਢ ਲਈਏ। ਇਹ ਇਸ ਪੌੜੀ ਦਾ ਭਾਵ ਹੈ। ਆਓ ਆਪਾਂ ਅਗਲੀ ਪੌੜੀ ਬਾਣੀ ਦੇ ਨਾਲ ਜੁੜੀਏ ਜੀ। ਅੰਤ ਨ ਸਿਫਤੀ ਕਹਿਣ ਨ ਅੰਤ, ਅੰਤ ਨ ਕਰਣਾ ਦੇਣ ਨ ਅੰਤ, ਅੰਤ ਨ ਵੇਖਣ ਸੁਣਨ ਨ ਅੰਤ, ਅੰਤ ਨ ਜਾਪੈ ਕਿਆ ਮਨ ਮੰਤ, ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾਵਾਰ, ਅੰਤ ਕਾਰਣ ਕੇਤੇ ਬਿਲ ਲਾਹ, ਤਾਕੇ ਅੰਤ ਨ ਪਾਏ ਜਾਹ, ਇਹੋ ਅੰਤ ਨ ਜਾਣੈ ਕੋਇ, ਬਹੁਤਾ ਕਹੀਐ ਬਹੁਤਾ ਹੋਇ। ਇਹੋ ਅੰਤ ਨਾ ਜਾਣੈ ਕੋਇ, ਇਉਂ ਰੁਕ ਕੇ ਪਾਠ ਕੀਤਾ ਭਾਈ ਸਾਹਿਬ ਜੀ ਨੇ। ਮਹਾਰਾਜ ਫਰਮਾਉਂਦੇ ਨੇ ਕਿ ਪ੍ਰਮਾਤਮਾ ਦਾ ਅੰਤ ਇਹੋ ਹੀ ਹੈ ਕਿ ਉਹਦਾ ਅੰਤ ਕੋਈ ਜਾਣ ਨਹੀਂ ਸਕਦਾ। ਬਹੁਤਾ ਕਹੀਐ ਬਹੁਤਾ ਹੋਏ, ਜਿਵੇਂ ਜਿਵੇਂ ਬਹੁਤਾ ਕਹੀ ਜਾਵਾਂਗੇ ਤਿਉਂ ਤਿਉਂ ਉਸ ਦਾ ਜਸ ਹੋਰ ਅੱਗੇ ਬਹੁਤਾ ਹੁੰਦਾ, ਹੋਰ ਉੱਚੇ ਤੋਂ ਉੱਚਾ, ਹੋਰ ਵੱਡੇ ਤੋਂ ਵੱਡਾ ਹੈ। ਹਾਂਜੀ। ਵੱਡਾ ਸਾਹਿਬ ਊਚਾ ਥਾਉ, ਊਚੇ ਉੱਪਰ ਊਚਾ ਨਾਉ, ਉੱਚੇ ਉੱਪਰ ਊਚਾ ਨਾਉ। ਉੱਪਰ ਇੱਕ ਔਂਕੜ ਹੈ। ਅਸੀਂ ਅਣਗਹਿਲੀ ਵਿੱਚ ਆਮ ਤੌਰ 'ਤੇ ਉੱਚੇ ਉੱਪਰ ਇਉਂ ਦੁਲੈਂਕੜ ਪੜ੍ਹ ਜਾਂਦੇ ਹਾਂ। ਇੱਕ ਔਂਕੜ ਹੈ, ਇਸ ਦਾ ਖਿਆਲ ਰੱਖਣਾ। ਉੱਚੇ ਉੱਪਰ ਊਚਾ ਨਾਉ। ਏਵਡ ਊਚਾ ਹੋਵੈ ਕੋਇ, ਤਿਸ ਊਚੇ ਕਉ ਜਾਣੈ ਸੋਇ, ਜੇਵਡ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕੇਤੇ ਮੰਗਹਿ ਜੋਧ ਅਪਾਰ, ਕੇਤੇ ਆ ਗਣਤ ਨਹੀਂ ਵਿਚਾਰ, ਕੇਤੇ ਖਾਪ ਟੁੱਟਹਿ ਵੇਕਾਰ, ਕੇਤੇ ਲੈ ਲੈ ਮੁਕਰ ਪਾਹਿ, ਕੇਤੇ ਮੂਰਖ ਖਾਹੀ ਖਾਹਿ,
ਕੀਤਿਆ ਦੁਖ ਭੂਖ ਸਾਧ ਮਾਰ। ਇਹ ਭੇ ਦਾਤ ਤੇਰੀ ਦਾਤਾਰ। ਇਹ ਪੇ ਦਾਤ ਤੇਰੀ ਦਾਤਾਰ। ਦੂਸਰਾ ਵਿਸਰਾਮ ਇਉਂ ਵੀ ਲੱਗਦਾ ਹੈ ਕਿ ਇਹ ਪੇ ਦਾਤ ਤੇਰੀ ਦਾਤਾਰ। ਦੋਨੇ ਤਰ੍ਹਾਂ ਵਿਸਰਾਮ ਸ਼ੁੱਧ ਹੈ। ਪ੍ਰਮੁੱਖ ਜਾਣਨਾ ਇਹ ਪੇ ਦਾਤ ਤੇਰੀ ਦਾਤਾਰ। ਬੰਦ ਖਲਾਸੀ ਭਾਣੈ ਹੋਏ, ਹੋਰ ਆਖ ਨਾ ਸਕੈ ਕੋਇ। ਜੇ ਕੋ ਖਾਇਕ ਆਖਣ ਪਾਏ, ਉਹ ਜਾਣੈ ਜੇਤੀਆ ਮੋਹਿ ਖਾਏ। ਆਪੇ ਜਾਣੈ ਆਪੇ ਦੇ, ਆਖਹਿ ਸੇ ਭੇ ਕੇਈ ਕੇ। ਸੇ ਭੇ ਦੋਨੋਂ ਇਕੱਠੇ ਨਹੀਂ ਕਰਨੇ, ਵੱਖਰੇ ਵੱਖਰੇ ਪਾਠ ਹਨ। ਕਈ ਤਾਂ ਸਿਹਾਰੀਆਂ ਨੂੰ ਭੁੱਲੀ ਜਾਂਦੇ ਨੇ ਤੇ ਸਭ ਬੋਲ ਜਾਂਦੇ ਨੇ, ਆਖੈ ਸਭ ਕੇਈ ਕੇ। ਤੇ ਕਈ ਸੇ ਭੇ ਬੋਲਣ ਲੱਗਿਆਂ ਹੀ ਬਹੁਤ ਹੋਰ ਤਰ੍ਹਾਂ ਦਾ ਖਿਲਾਰਾ ਪਾ ਲੈਂਦੇ ਨੇ। ਆਖੈ ਸੇ ਭੇ ਕੇਈ ਕੇ, ਵੱਖਰਾ ਵੱਖਰਾ ਬੋਲਣਾ ਹੈ ਜੀ। ਆਖੈ ਸੇ, ਇੱਥੇ ਵਿਸ਼ਰਾਮ ਹੈ ਭੇ ਕੇਈ ਕੇ। ਆਖਹਿ ਸੇ ਭੇ ਕੇਈ ਕੇ। ਜਿਸਨੋ ਬਖਸ਼ੇ ਸਿਫਤ ਸਾਲਾਹ, ਨਾਨਕ ਪਾਤ ਸਾਹੀ ਪਾਤ ਸਾਹ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਅਮੁੱਲ ਆਵਹ ਅਮੁੱਲ ਲੈ ਜਾਹਿ, ਅਮੁੱਲ ਪਾਇ ਅਮੁੱਲਾ ਸਮਾਹਿ। ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪਰਵਾਨ। ਅਮੁੱਲ ਬਖਸ਼ੀਸ ਅਮੁੱਲ ਨੀਸਾਨ। ਅਮੁੱਲ ਕਰਮ ਅਮੁੱਲ ਫੁਰਮਾਨ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਅਮੁੱਲੋ ਅਮੁੱਲ ਆਖਿਆ ਨਾ ਜਾਏ। ਆਖ ਆਖ ਰਹੇ ਲਿਵ ਲਾਇ, ਆਖ ਹੈ ਵੇਦ ਪਾਠ ਪੁਰਾਣ। ਆਖ ਹੈ ਪੜ੍ਹੇ ਕਰਹਿ ਵਖਿਆਣ। ਆਖ ਹੈ ਬਰਮੇ ਆਖ ਹੈ ਇੰਦ। ਆਖ ਹੈ ਗੋਪੀ ਤੈ ਗੋਵਿੰਦ। ਆਖ ਹੈ ਈਸਰ ਆਖ ਹੈ ਸਿੱਧ। ਆਖ ਹੈ ਕੇਤੇ ਕੀਤੇ ਬੁੱਧ। ਆਖ ਹੈ ਦਾਨਵ ਆਖ ਹੈ ਦੇਵ। ਆਖ ਹੈ ਸੁਰ ਨਰ ਮੋਨ ਜਨ ਸੇਵ। ਕੇਤੇ ਆਖ ਹੈ ਆਖਣ ਪਾਹਿ। ਕੇਤੇ ਕਹਿ ਕਹਿ ਉਠ ਉਠ ਜਾਹਿ। ਏਤੇ ਕੀਤੇ ਹੋਰ ਕਰੇ, ਤਾ ਆਖ ਨਾ ਸਕਹਿ ਕੇਈ ਕੇ। ਜੇ ਵਡ ਭਾਵੈ ਤੇ ਵਡ ਹੋਇ, ਨਾਨਕ ਜਾਣੈ ਸਾਚਾ ਸੋਇ। ਜੇ ਕੋ ਆਖੈ ਬੋਲ ਵਿਗਾੜ, ਤਾ ਲਿਖੀਐ ਸਿਰ ਗਾਵਾਰਾ ਗਾਵਾਰ। ਸੋ ਦਰ ਕੇਹਾ ਸੋ ਘਰ ਕੇਹਾ। ਜੇ ਕੋ ਆਖੈ ਬੋਲ ਵਿਗਾੜ, ਤਾ ਲਿਖੀਐ ਸਿਰ ਗਾਵਾਰਾ ਗਾਵਾਰ। ਇੱਥੇ ਚਾਲ ਮੁਤਾਬਕ ਸਿਰ ਤੇ ਵਿਸ਼ਰਾਮ ਨਹੀਂ ਲਗਾਉਣਾ। ਤਾ ਲਿਖੀਐ ਸਿਰ ਗਾਵਾਰਾ ਗਾਵਾਰ। ਗਵਾਰਾਂ ਦੇ ਵੀ ਸਿਰ ਗਵਾਰ, ਗਵਾਰਾਂ ਤੋਂ ਵੀ ਵੱਧ ਕੇ ਗਵਾਰ। ਹਾਂਜੀ। ਸੋ ਦਰ ਕੇਹਾ ਸੋ ਘਰ ਕੇਹਾ। ਜਿਤ ਬਹਿ ਸਰਬ ਸਮਾਲੇ,
ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਵਣ ਹਾਰੇ, ਕੇਤੇ ਰਾਗ ਪਰੀਸਿਓ ਕਹੀਅਨ, ਕੇਤੇ ਗਾਵਣ ਹਾਰੇ। ਗਾਵਹਿ ਤੁਹਨੋ ਪੌਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਕਈ ਵੀਰ ਪਾਠ ਕਰਦਿਆਂ ਹੋਇਆਂ ਗਾਵੈ ਰਾਜਾ ਧਰਮ ਦੁਆਰੇ ਇਉਂ ਪੜ੍ਹਦੇ ਨੇ, ਪਰ ਰਾਜਾ ਧਰਮ ਪਾਠ ਸੰਬੰਧਕ ਰੂਪ ਵਿੱਚ ਇਕੱਠਾ ਹੈ। ਰਾਜਾ ਧਰਮ ਤੋਂ ਭਾਵ ਹੈ ਧਰਮ ਰਾਜਾ। ਧਰਮ ਰਾਜੇ ਦਾ ਰਾਜਾ ਪਹਿਲਾਂ, ਧਰਮ ਬਾਅਦ ਵਿੱਚ। ਇੱਥੇ ਸਤਿਗੁਰਾਂ ਨੇ ਲਿਖਿਆ ਹੈ ਕਿ ਤੇਰੇ ਦੁਆਰ ਤੇ ਬੈਠਾ ਧਰਮ ਰਾਜਾ ਵੀ ਤੇਰੇ ਗੁਣ ਗਾਉਂਦਾ ਹੈ। ਇਸ ਲਈ ਰਾਜਾ ਅਤੇ ਧਰਮ ਨੂੰ ਵੱਖ-ਵੱਖ ਨਹੀਂ ਕਰਨਾ। ਗਾਵੈ ਰਾਜਾ ਧਰਮ ਦੁਆਰੇ। ਗਾਵਹਿ ਤੁਹਨੋ ਪੌਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਹਿ ਚਿਤ ਗੁਪਤ ਲਿਖ ਜਾਣਹਿ, ਗਾਵੈ ਤੁਹਾਨੂੰ ਆਪ ਜੀ ਨੇ ਸਰਵਣ ਕੀਤਾ ਹੈ। ਕਈ ਵਾਰ ਆਪਾਂ ਖਿਆਲ ਨਹੀਂ ਕਰਦੇ, ਗਾਵੈ ਤੁਧਨੋਂ ਹੀ ਪੜ ਜਾਂਦੇ ਹਾਂ। ਇੱਥੇ ਹੈ ਗਾਵੈ ਤੁਹਾਨੂੰ, ਗਾਵੈ ਹੈ ਤੁਹਾਨੂੰ, ਹਾਹਾ ਹੈ, ਇਸ ਕਰਕੇ ਖਿਆਲ ਕਰਨਾ ਉਚਾਰਨ ਦਾ। ਗਾਵੈ ਹੈ ਤੁਹਾਨੂੰ, ਇੱਥੇ ਹਾਹੇ ਦੇ ਨਾਲ ਉਚਾਰਨ ਕਰਨਾ, ਧੱਦੇ ਦੇ ਨਾਲ ਉਚਾਰਨ ਨਹੀਂ ਕਰਨਾ ਜੀ। ਜੋ ਬੇਨਤੀ ਸੰਤ ਜੀ ਨੇ ਆਪ ਜੀ ਨੂੰ ਕੀਤੀ ਹੈ, ਸਾਧ ਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਪਾਵਨ ਬਾਣੀ ਵਿੱਚ ਸੋਦਰ ਦਾ ਸ਼ਬਦ 3 ਵਾਰ ਆਉਂਦਾ ਹੈ। ਇਹ ਆਰੰਭ ਵਿੱਚ ਵੀ ਬੇਨਤੀ ਸੰਗਤਾਂ ਨੂੰ ਕੀਤੀ ਸੀ, ਅੱਜ ਹੋਰ ਵੀ ਸੰਗਤਾਂ ਸ਼ਾਮਲ ਹਨ। 3 ਵਾਰ ਸੋਦਰ ਦਾ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਇਆ। 3 ਵਾਰ ਹੀ ਸਤਿਗੁਰੂ ਮਹਾਰਾਜ ਜੀ ਨੇ ਇਸ ਦਾ ਉਚਾਰਨ ਕੀਤਾ ਹੈ, ਤਾਂ 3 ਵਾਰ ਆਉਂਦਾ ਹੈ। ਸਭ ਤੋਂ ਪਹਿਲੀ ਵਾਰ ਜਦ ਸੁਲਤਾਨਪੁਰ ਲੋਧੀ ਵਿਖੇ ਨਵਾਬ ਦੌਲਤ ਖਾਂ ਲੋਧੀ ਦਾ ਮੋਦੀਖਾਨਾ ਚਲਾਉਂਦਿਆਂ ਹੋਇਆਂ ਇੱਥੋਂ ਵੇਈ ਨਦੀ ਵਿੱਚ ਰੋਜ਼ਾਨਾ ਦੀ ਤਰ੍ਹਾਂ ਇਸ਼ਨਾਨ ਕਰਨ ਗਏ ਹੋਏ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਵੇਈ ਵਿੱਚ ਹੀ ਅਲੋਪ ਹੋਏ ਸਨ। ਔਰ ਪੁਰਾਤਨ ਜਨਮ ਸਾਖੀਆਂ ਦੇ ਮੁਤਾਬਕ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹੁੰਚੇ ਸੀ। 3 ਦਿਨ ਅਲੋਪ ਰਹੇ ਸਨ। ਜੋਤ ਸਰੂਪ ਪਰਮਾਤਮਾ ਦੇ ਸਨਮੁਖ ਪਹੁੰਚ ਕੇ ਜੋ ਵਾਹਿਗੁਰੂ ਜੀ ਨਾਲ ਬਚਨ ਬਿਲਾਸ ਹੋਏ ਉਹ ਜਨਮ ਸਾਖੀਆਂ ਦੇ ਵਿੱਚ ਦਰਜ ਹਨ। ਸੋ ਉਸ ਵਕਤ ਪੁੱਛਿਆ ਸੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੇ ਸਰੂਪ ਸਤਿਗੁਰੂ ਨਾਨਕ ਦੇਵ ਜੀ ਨੂੰ ਕਿ ਸੰਸਾਰ ਦੇ ਉੱਪਰ ਕੌਣ ਕੌਣ ਸਾਡੇ ਗੁਣ ਗਾਉਂਦਾ ਹੈ। ਤਦੋਂ ਮਹਾਰਾਜ ਜੀ ਨੇ ਪਹਿਲੀ ਵੇਰ ਸੋਦਰ ਦਾ ਸ਼ਬਦ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਉਚਾਰਨ ਕੀਤਾ ਸੀ। ਉਹ ਸ਼ਬਦ ਉਹ ਹੈ ਜੋ ਆਪਾਂ ਰੋਜ਼ਾਨਾ ਸੋਦਰ ਰਹਿਰਾਸ ਸਾਹਿਬ ਜੀ ਦੇ ਵਿੱਚ ਪੜ੍ਹਦੇ ਹਾਂ। ਇਹ ਪਹਿਲਾ ਸ਼ਬਦ ਮਹਾਰਾਜ ਜੀ ਨੇ ਉੱਥੇ ਉਚਾਰਨ ਕੀਤਾ ਹੈ। ਤੇ ਇਹ ਸ਼ਬਦ ਸੁਣਨ ਉਪਰੰਤ, ਇਹ ਉਸਤਤ ਕੀਤੀ ਜਾਣ ਉਪਰੰਤ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਨਮਾਨ ਪੂਰਵਕ ਜੋ ਬਚਨ ਕਹੇ ਸੀ ਜਨਮ ਸਾਖੀ ਵਿੱਚ ਦਰਜ ਨੇ, ਅਸੀਂ ਪਾਰ ਬ੍ਰਹਮ ਪਰਮੇਸ਼ਰ ਤੂੰ ਗੁਰ ਪਰਮੇਸ਼ਰ, ਜਿਸ ਉੱਪਰ ਤੇਰੀ ਨਦਰ ਤਿਸ ਉੱਪਰ ਮੇਰੀ ਨਦਰ, ਜਿਸ ਨੂੰ ਤੁਧ ਬਖਸ਼ਿਆ ਤਿਸ ਨੂੰ ਅਸਾਂ ਬਖਸ਼ਿਆ। ਸੋ ਇਹ ਬਚਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਹੇ ਸਨ। ਇਹ ਵਰਣਨ ਇਤਿਹਾਸ ਦੇ ਵਿੱਚ ਆਉਂਦਾ ਹੈ। ਮਹਾਰਾਜ ਜੀ ਨੇ ਆਪ ਵੀ ਗੁਰਬਾਣੀ ਵਿੱਚ ਇਸ ਦਾ ਵਰਣਨ ਕੀਤਾ ਕਿ ਹਉ ਢਾਡੀ ਵੇਕਾਰ ਕਾਰੈ ਲਾਇਆ, ਰਾਤ ਦਿਹੈ ਕੈ ਵਾਰ ਧੁਰਹੁ ਫੁਰਮਾਇਆ। ਹਰ ਪੁੱਛਿਆ ਢਾਡੀ ਸਦਕੈ ਕਿਤ ਅਰਥ ਤੂੰ ਆਇਆ, ਹਰ ਦਾਤੈ ਹਰ ਨਾਮ ਜਪਾਇਆ ਨਾਨਕ ਪੈ ਨਾਇਆ। ਇਹ ਉਸ ਵਾਰਤਾ ਦਾ ਵਰਣਨ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਕੀਤਾ ਹੈ। ਸੋ ਪਹਿਲਾਂ ਸੋਦਰ ਇਉਂ ਪਰਮਾਤਮਾ ਦੇ ਸਨਮੁਖ ਉਚਾਰਨ ਕੀਤਾ ਜੋ ਸੋਦਰ ਰਹਿਰਾਸ ਸਾਹਿਬ ਜੀ ਵਿੱਚ ਆਪਾਂ ਪੜ੍ਹਦੇ ਹਾਂ। ਦੂਸਰੀ ਵਾਰ ਪਰਮਾਤਮਾ ਦੀ ਸਿਫਤ ਸਲਾਹ ਉਚਾਰਨ ਕਰਦਿਆਂ ਹੋਇਆਂ ਉਹ ਵਾਹਿਗੁਰੂ ਕੈਸਾ ਹੈ, ਕਿਵੇਂ ਉਸ ਪਰਮਾਤਮਾ ਦੀ ਸਿਫਤ ਸਲਾਹ ਦਾ ਗਾਇਨ ਹੁੰਦਾ ਹੈ, ਸੁਮੇਰ ਪਰਬਤ 'ਤੇ ਸਤਿਗੁਰੂ ਮਹਾਰਾਜ ਜੀ ਨੇ ਉਚਾਰਨ ਕੀਤਾ ਸੀ। ਜੋ ਇੱਥੇ ਕਿਉਂਕਿ ਜਪਜੀ ਸਾਹਿਬ ਜੀ ਦੀਆਂ ਬਾਕੀ ਪੌੜੀਆਂ ਵੀ ਸੁਮੇਰ ਪਰਬਤ 'ਤੇ ਉਚਾਰੀਆਂ,
ਇਸ ਕਰਕੇ ਇਹ ਦੂਸਰੀ ਵਾਰ ਉਚਾਰਨ ਕੀਤਾ ਹੋਇਆ ਸੋਦਰ ਦਾ ਸ਼ਬਦ ਇਸ ਅਸਥਾਨ ਤੇ ਜਪਜੀ ਸਾਹਿਬ ਵਿੱਚ ਸੁਭਾਏਮਾਨ ਹੈ। ਇੱਥੇ ਆਪਾਂ ਤੱਕਾਂਗੇ ਸਤਿਗੁਰੂ ਮਹਾਰਾਜ ਜੀ ਨੇ ਇੱਥੇ ਅਗਲੀਆਂ ਪੰਕਤੀਆਂ ਵਿੱਚ ਤੁਧ ਨੂੰ ਅੱਖਰ ਨਹੀਂ ਵਰਤਿਆ, ਕਿਉਂਕਿ ਇੱਥੇ ਸਿੱਧਾ ਨੂੰ ਸਮਝਾ ਰਹੇ ਨੇ ਕਿ ਸਾਰੀ ਉਸ ਪਰਮਾਤਮਾ ਨੂੰ ਗਾਉਂਦੇ ਨੇ। ਆਰੰਭ ਵਿੱਚ ਵਾਹਿਗੁਰੂ ਦੇ ਸਨਮੁਖ ਗਾਵਹਿ ਤੋਹਨੋਂ, ਇਹ ਪਰਮਾਤਮਾ ਦੇ ਸਨਮੁਖ ਉਚਾਰਨ ਕਰਕੇ ਉਸਤਤ ਰੂਪ ਵਿੱਚ, ਸੰਬੋਧਨ ਰੂਪ ਵਿੱਚ ਅੱਗੇ ਸਾਰਾ ਸਿੱਧਾ ਨੂੰ ਸਮਝਾਉਂਦਿਆਂ ਵਰਣਨ ਕੀਤਾ ਹੈ। ਤੀਸਰੀ ਵਾਰ ਸੋਦਰ ਸ਼ਬਦ ਆਸਾ ਰਾਗ ਦੇ ਵਿੱਚ ਆਉਂਦਾ ਹੈ, ਜੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਰਤਾਰਪੁਰ ਸਾਹਿਬ ਵਿਖੇ ਗੁਰਸਿੱਖਾਂ ਨੂੰ ਉਪਦੇਸ਼ ਦੇਂਦਿਆਂ ਉਚਾਰਨ ਕੀਤਾ ਸੀ। ਤਿੰਨੇ ਵਾਰ ਹੀ ਸ਼ਬਦਾਂ ਦੇ ਵਿੱਚ ਪਾਠਾਂ ਦਾ ਅੰਤਰ ਹੈ, ਭੇਦ ਹੈ, ਫਰਕ ਹੈ। ਇਹ ਸਤਿਗੁਰਾਂ ਦੀ ਆਪਣੀ ਮੌਜ ਹੈ, ਗੁਰੂ ਗਰੀਬ ਨਵਾਜ ਜੀ ਦਾ ਆਪਣਾ ਚੋਜ ਹੈ। ਜਿਸ ਜਿਸ ਰੂਪ ਵਿੱਚ ਜਿੱਥੇ ਜਿੱਥੇ ਬਾਣੀ ਮਹਾਰਾਜ ਨੇ ਉਚਾਰਨ ਕੀਤੀ, ਉਸ ਨੂੰ ਉਸੇ ਰੂਪ ਵਿੱਚ ਹੀ ਆਪਾਂ ਪੜ੍ਹਨਾ ਹੈ। ਜਪਜੀ ਸਾਹਿਬ ਵੀ ਸਾਡਾ ਸੁਬਾਹ ਦਾ ਨਿਤਨੇਮ ਹੈ, ਰਹਿਰਾਸ ਸਾਹਿਬ ਵੀ ਸਾਡਾ ਸ਼ਾਮ ਦਾ ਨਿਤਨੇਮ ਹੈ। ਸੋਦਰ ਦਾ ਇਹ ਸ਼ਬਦ ਦੋਨੋਂ ਵਾਰ ਹੀ ਆਪਾਂ ਪੜ੍ਹਨਾ ਹੁੰਦਾ ਹੈ, ਪਰ ਇਹ ਖਿਆਲ ਰੱਖਣਾ ਕਿ ਦੋਨੋਂ ਸ਼ਬਦ ਆਪਸ ਵਿੱਚ ਰਲ ਗੱਡ ਨਾ ਹੋ ਜਾਣ। ਜੋ ਸਰੂਪ ਸ੍ਰੀ ਜਪਜੀ ਸਾਹਿਬ ਵਿੱਚ ਹੈ, ਜਪਜੀ ਸਾਹਿਬ ਵਿੱਚ ਆਪਾਂ ਉਹ ਰੂਪ ਯਾਦ ਰੱਖਣਾ ਤੇ ਪੜ੍ਹਨਾ ਹੈ, ਤੇ ਜੋ ਸਰੂਪ ਰਹਿਰਾਸ ਸਾਹਿਬ ਦੇ ਵਿੱਚ ਹੈ ਉੱਥੇ ਉਸੇ ਹੀ ਸਰੂਪ ਦਾ ਆਪਾਂ ਪਾਠ ਕਰਨਾ ਹੈ। ਉਹ ਅੱਖਰ ਤੇ ਉਹ ਲਗਾ ਮਾਤਰਾ ਆਪਾਂ ਪੜ੍ਹਨੀਆਂ ਨੇ, ਇਹ ਖਿਆਲ ਰੱਖਣਾ ਹੈ। ਇੱਥੇ ਪਾਠ ਆਇਆ ਗਾਵਹਿ ਤੋਹਨੋਂ ਪਾਉਣ ਪਾਣੀ ਬੈਸੰਤਰ, ਤੋਹਨੋਂ ਹੀ ਪੜਾਂਗੇ, ਇੱਥੇ ਤੁਧ ਨੂੰ ਨਹੀਂ ਪੜ੍ਹਨਾ। ਪਾਉਣ ਪਾਣੀ, ਇੱਥੇ ਪਾਉਣ ਹੈ, ਉੱਥੇ ਪਵਨ ਹੈ ਰਹਿਰਾਸ ਸਾਹਿਬ ਦੇ ਵਿੱਚ। ਜਦੋਂ ਸੰਥਿਆ ਉੱਥੇ ਆਵੇਗੀ ਆਪ ਜੀ ਆਪੇ ਹੀ ਦੇਖ ਲਵੋਗੇ, ਦਰਸ਼ਨ ਕਰ ਲਵੋਗੇ, ਇਹ ਖਿਆਲ ਰੱਖਣਾ ਜੀ। ਗਾਵਹਿ ਚਿਤ ਗੁਪਤ ਲਿਖ ਜਾਣਾ ਹੈ। ਚਿਤ ਗੁਪਤ ਤੇ ਜਮਕ ਆਉਂਦੀ ਹੈ, ਗਾਵਹਿ ਚਿਤ ਗੁਪਤ ਲਿਖ ਜਾਣਾ ਹੈ। ਗਾਵਹਿ ਚਿਤ ਗੁਪਤ ਲਿਖ ਜਾਣਾ ਹੈ, ਲੇਖ ਲੇਖ ਧਰਮ ਵਿਚਾਰੇ। ਗਾਵਹਿ ਈਸਰ ਬਰਮਾ ਦੇਵੀ, ਸੋਹਨ ਸਦਾ ਸਵਾਰੇ। ਗਾਵਹਿ ਇੰਦ ਇਦਾਸਣ ਬੈਠੇ। ਗਾਵਹਿ ਇੰਦ, ਇੱਥੇ ਜਮਕ ਹੈ, ਇਦਾਸਣ ਬੈਠੇ। ਇਦਾਸਣ ਕਿਉਂਕਿ ਉੱਪਰ ਟਿੱਪੀ ਵੀ ਨਹੀਂ, ਦੱਦੇ ਦੇ ਚਰਨ ਰਾਰਾ ਵੀ ਨਹੀਂ, ਜਿਵੇਂ ਰਹਿਰਾਸ ਸਾਹਿਬ ਦੇ ਵਿੱਚ ਹੈ, ਇੱਥੇ ਨਹੀਂ। ਇੱਥੇ ਇਸੇ ਰੂਪ ਵਿੱਚ ਪਾਠ ਕਰਾਂਗੇ, ਗਾਵਹਿ ਇੰਦ ਇਦਾਸਣ ਬੈਠੇ। ਗਾਵਹਿ ਇੰਦ ਇਦਾਸਣ ਬੈਠੇ, ਦੇਵਤਿਆ ਦਰ ਨਾਲੇ। ਗਾਵਹਿ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ। ਗਾਵਨ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ। ਗਾਵਨ ਪੰਡਿਤ ਪੜਨ ਰਖੀਸਰ, ਜੁਗ ਜੁਗ ਵੇਦਾ ਨਾਲੇ। ਗਾਵਹਿ ਮੋਹਣੀਆ ਮਨ ਮੋਹਨ, ਸੁਰਗਾ ਮੱਛ ਪਿਆਲੇ। ਪਿਆਲੇ, ਪਿਆਲੇ ਨਹੀਂ ਪੜ੍ਹਨਾ, ਪਿਆਲੇ। ਪਿਆਲੇ ਤੋਂ ਭਾਵ ਹੈ ਪਤਾਲ ਵਾਸੀ, ਪਾਤਾਲ ਵੀ ਔਰ ਪਾਤਾਲ ਵਾਸੀ ਜੀਵ ਵੀ। ਸੁਰਗ, ਸੁਰਗਾ, ਮੱਛ, ਪਿਆਲੇ। ਰਹਿਰਾਸ ਸਾਹਿਬ ਵਿੱਚ ਸੁਰਗ ਹੈ, ਇੱਥੇ ਸੁਰਗਾ ਹੈ, ਸਵਰਗ ਲੋਕ ਵੀ। ਮੱਛ ਤੋਂ ਭਾਵ ਇਹ ਮਾਤ ਲੋਕ ਵੀ, ਪਿਆਲੇ ਤੋਂ ਭਾਵ ਪਤਾਲ ਲੋਕ ਵੀ। ਆਮ ਇਹ ਗਲਤੀ ਸੁਣੀ ਜਾਂਦੀ ਹੈ ਕਿ ਆਪਾਂ ਪਿਆਲੇ ਪੜ੍ਹ ਜਾਂਦੇ ਹਾਂ, ਪਿਆਲੇ ਨਹੀਂ ਪੜ੍ਹਨਾ, ਪਿਆਲੇ। ਹਾਂਜੀ। ਗਾਵਨ ਰਤਨ ਉਪਾਏ ਤੇਰੇ, 860 ਤੀਰਥ ਨਾਲੇ। ਗਾਵਹਿ ਜੋਧ ਮਹਾਬਲ ਸੂਰਾ, ਗਾਵਹਿ ਖਾਣੀ ਚਾਰੇ। ਗਾਵਹਿ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਸੇਈ ਤੁਧਨੋ ਗਾਵਹਿ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਗਾਵਨ, ਸੇ ਮੈਂ ਚਿਤ ਨ ਆਵਨ। ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ। ਸਾਚਾ ਸਾਚੀ ਨਾਈ,
ਹੈ ਭੀ ਹੋਸੀ ਜਾਏ ਨਾ ਜਾਸੀ। ਹੈ ਭੀ ਹੋਸੀ ਜਾਏ ਨਾ ਜਾਸੀ। ਵੱਖਰੇ ਵੱਖਰੇ ਪਾਠ ਹਨ, ਹੈਪੀ ਇਕੱਠਾ ਨਹੀਂ। ਹੈ ਭੀ ਹੋਸੀ ਜਮਕ ਲੱਗਦੀ ਹੈ, ਜਾਏ ਨਾ ਜਾਸੀ। ਹਾਂਜੀ। ਹੈ ਭੀ ਹੋਸੀ ਜਾਏ ਨਾ ਜਾਸੀ। ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ। ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ। ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ। ਹੁਕਮ ਨ ਕਰਣਾ ਜਾਈ ਸੋ ਪਾਤ ਸਾਹੁ ਸਾਹਾ ਪਾਤ ਸਾਹਿਬ। ਨਾਨਕ ਰਹਿਣ ਰਜਾਈ। ਰੰਗੀ ਰੰਗੀ ਭਾਤੀ ਕਾਰ ਕਾਰ ਜਿਨਸੀ। ਭਾਤੀ ਤੇ ਜਮਕ ਹੈ, ਜਿਨਸੀ ਤੇ ਵਿਸ਼ਰਾਮ ਹੈ। ਇਸੇ ਤਰ੍ਹਾਂ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ। ਪਾਤ ਸਾਹਿਬ ਪਾਠ ਹੈ। ਰਹਿਰਾਸ ਸਾਹਿਬ ਵਿੱਚ ਪਤ ਸਾਹਿਬ ਆਉਂਦਾ ਹੈ, ਕੰਨਾ ਨਹੀਂ। ਇੱਥੇ ਪਾਤ ਸਾਹਿਬ ਹੈ। ਸ਼ੁੱਧਤਾ ਵਾਸਤੇ ਇਹ ਅੰਤਰ ਚੇਤੇ ਰੱਖਣਾ ਜੀ। ਮੁੰਦਾ ਸੰਤੋਖ ਸਰਮ ਪਤ ਝੋਲੀ। ਧਿਆਨ ਕੀ ਕਰਹਿ ਬੇਪੂਤ। ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਖਿੰਥਾ ਤੇ ਗੁਰਮੁਖ ਪਿਆਰਿਆਂ ਥੋੜ੍ਹਾ ਜਿਹਾ ਰੁਕ ਕੇ ਅੱਗੇ ਪਾਠ ਕੀਤਾ। ਇਥੋਂ ਭਾਵ ਆਪ ਜੀ ਨੇ ਸਮਝ ਲੈਣਾ ਕਿ ਖਿੰਥਾ ਤੇ ਜਮਕ ਹੈ। ਖਿੰਥਾ ਕਾਲ ਕੁਆਰੀ ਕਾਇਆ। ਪਹਿਲੀ ਪੰਕਤੀ ਵਿੱਚ ਮੁੰਦਾ ਸੰਤੋਖ, ਇੱਥੇ ਜਮਕ ਆਈ ਹੈ। ਮੁੰਦਾ ਸੰਤੋਖ ਸਰਮ ਪਤ ਝੋਲੀ। ਧਿਆਨ ਕੀ ਕਰਹਿ ਬਿਭੂਤ। ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ। ਮਨ ਜੀਤਾ ਜਗ ਜੀਤ। ਆਦੇਸ ਤਿਸੈ ਆਦੇਸ। ਆਦ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ। ਭੁਗਤ ਗਿਆਨ ਦਇਆ ਭੰਡਾਰਣ। ਘਾਟ ਘਾਟ ਵਾਜਹਿ ਨਾਦ। ਭੰਡਾਰਣ ਪਿੱਛੇ ਵੀ ਪਾਠ ਭੰਡਾਰੀ ਆਇਆ ਸੀ। ਆਪਾਂ ਟਿੱਪੀ ਬੋਲਣ ਵਿੱਚ ਢਿੱਲ ਕਰਦੇ ਹਾਂ। ਭੰਡਾਰਣ ਭੰਡਾਰੀ ਇਉਂ ਪੜ੍ਹ ਜਾਂਦੇ ਹਾਂ। ਇਹ ਟਿੱਪੀ ਦੀ ਜਗ੍ਹਾ 'ਤੇ ਬਿੰਦੀ ਬਣ ਜਾਂਦੀ ਹੈ। ਟਿੱਪੀ ਦੀ ਆਵਾਜ਼ ਪੂਰੀ ਬੋਲੀ ਜਾਵੇ ਜਿਵੇਂ ਗੁਰਮੁਖਾਂ ਨੇ ਉਚਾਰਨ ਕੀਤਾ ਹੈ। ਭੁਗਤ ਗਿਆਨ ਦਇਆ ਭੰਡਾਰਣ। ਆਪ ਨਾਥ ਨਾਥੀ ਸਭ ਜਾ ਕੀ। ਰਿੱਧ ਸਿੱਧ ਅਵਰਾ ਸਾਧ। ਸੰਜੋਗ ਵਿਜੋਗ ਦੋਇ ਕਾਰ ਚਲਾਵਹਿ। ਲੇਖੇ ਆਵਹਿ ਭਾਗ। ਸੰਜੋਗ ਵਿਜੋਗ ਦੋਏ ਕਾਰ ਚਲਾਵਹਿ। ਦੋਏ ਤੇ ਜਮਕ ਹੈ। ਸੰਜੋਗ ਵਿਜੋਗ ਦੋਏ ਕਾਰ ਚਲਾਵਹਿ। ਲੇਖੇ ਆਵਹਿ ਭਾਗ। ਆਦੇਸ ਤਿਸੈ ਆਦੇਸ। ਆਦ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ। ਏਕਾ ਮਾਈ ਜੁਗਤ ਵਿਆਈ। ਤਿੰਨ ਚੇਲੇ ਪਰਵਾਣ। ਇੱਕ ਸੰਸਾਰੀ ਇੱਕ ਭੰਡਾਰੀ। ਇੱਕ ਲਾਏ ਦੀ ਬਾਣ। ਦੀ ਬਾਣ ਵੱਖਰਾ ਵੱਖਰਾ। ਇੱਕ ਸੰਸਾਰੀ ਸੰਸਾਰ ਦੀ ਉਤਪਤੀ ਕਰਨ ਵਾਲੀ ਅਗੰਮੀ ਸ਼ਕਤੀ। ਇੱਕ ਸੰਸਾਰੀ ਸੰਸਾਰ ਦੀ ਉਤਪਤੀ ਕਰਨ ਵਾਲਾ ਹੈ। ਇੱਕ ਭੰਡਾਰੀ ਕੁੱਲ ਸੰਸਾਰ ਨੂੰ ਭੰਡਾਰਾ ਦੇਣ ਵਾਲਾ, ਰੋਜੀ ਰੋਟੀ ਦੇਣ ਵਾਲਾ ਹੈ। ਇੱਕ ਲਾਏ ਦੀ ਬਾਣ। ਲਾਏ ਤੋਂ ਭਾਵ ਹੈ ਲੈਤਾ ਕਰਨੀ, ਜੀਵਨ ਦਾ ਅੰਤ ਕਰਨਾ। ਬਾਣ ਤੋਂ ਭਾਵ ਹੈ ਆਦਤ ਸੁਭਾਅ ਜਾਂ ਕਹਿ ਲਈਏ ਡਿਊਟੀ ਕਹਿ ਲਈਏ। ਇੱਕ ਦੀ ਲੈਤਾ ਕਰਨ ਦੀ ਭਾਵ ਸੰਘਾਰ ਕਰਨ ਦੀ ਡਿਊਟੀ ਹੈ।
ਇਸ ਕਰਕੇ ਦੀ ਪਾਠ ਵੱਖਰਾ ਕਰਨਾ, ਬਾਣ ਵੱਖਰਾ ਕਰਨਾ। ਲਾਏ ਦੀ ਬਾਣ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਓਹ ਵੇਖੈ ਊਨਾ ਨਦਰ ਨ ਆਵੈ, ਬਹੁਤਾ ਏਹੋ ਵਿਡਾਣ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ, ਆਸਣ ਲੋਏ ਲੋਏ ਭੰਡਾਰ। ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ। ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ, ਇਕ ਦੂ ਜੀਭਉ ਲੱਖ ਹੋਹਿ। ਇੱਕ ਦੂ ਇਕੱਠਾ ਕਰਨਾ ਤੇ ਜੀਭਉ। ਕਈ ਇੱਕ ਦੂਜੀ ਭਾਉ ਕਰ ਜਾਂਦੇ ਨੇ ਜੋ ਬਿਲਕੁਲ ਅਸ਼ੁੱਧ ਹੈ। ਇੱਕ ਦੂ ਜੀਭਉ ਲੱਖ ਹੋਹਿ, ਲੱਖ ਹੋਵਹਿ ਲੱਖ ਵੀਸ। ਇਕ ਦੂ ਜੀਭਉ ਲੱਖ ਹੋਹਿ, ਲੱਖ ਹੋਵਹਿ ਲੱਖ ਵੀਸ। ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ। ਏਤ ਰਾਹਿ ਪਤ ਪਵੜੀਆ, ਚੜੀਆ ਹੋਏ 21। ਸੁਣ ਗੱਲਾ ਆਕਾਸ ਕੀ, ਕੀਟਾ ਆਈ ਰੀਸ। ਨਾਨਕ ਨਦਰੀ ਪਾਈਐ, ਕੂੜੀ ਕੂੜਾ ਠੀਸ। ਏਤ ਰਾਹਿ ਪਤ ਪਵੜੀਆ, ਚੜੀਐ ਹੋਏ 21। ਚੜੀਐ ਇਉਂ ਭਾਰਾ ਕਰਕੇ 21। 21 ਨਹੀਂ ਬੋਲਣਾ, ਕਈ ਐੜਾ ਬੋਲ ਜਾਂਦੇ ਨੇ 21। 21। ਸੁਣ ਗੱਲਾ ਆਕਾਸ ਕੀ, ਕੀਟਾ ਆਈ ਰੀਸ। ਨਾਨਕ ਨਦਰੀ ਪਾਈਐ, ਕੂੜੀ ਕੂੜੈ ਠੀਸ। ਕੂੜੀ ਤੇ ਜਮਕ ਲਾ ਕੇ ਕੂੜੀ ਕੂੜੈ ਠੀਸ। ਆਖਣ ਜੋਰ ਚੁੱਪਾ ਨਹ ਜੋਰ, ਜੋਰ ਨ ਮੰਗਣ ਦੇਣ ਨ ਜੋਰ। ਜੋਰ ਨ ਜੀਵਣ ਮਰਨ ਨਹ ਜੋਰ। ਜੋਰ ਨ ਰਾਜਮਾਲ ਮਨ ਸੋਰ। ਨਾ ਤੇ ਜਮਕ ਹੈ ਔਰ ਮਾਲ ਤੇ ਵਿਸ਼ਰਾਮ ਹੈ। ਜੋਰ ਨ ਰਾਜ ਮਾਲ ਮਨ ਸੋਰ। ਜੋਰ ਨ ਸੁਰਤੀ ਗਿਆਨ ਵਿਚਾਰ। ਜੋਰ ਨ ਜੁਗਤੀ ਛੁਟੈ ਸੰਸਾਰ। ਜਿਸ ਹੱਥ ਜੋਰ ਕਰ ਵੇਖੈ ਸੋਏ। ਨਾਨਕ ਉੱਤਮ ਨੀਚ ਨ ਕੋਇ। ਰਾਤੀ ਰੁਤੀ ਥਿਤੀ ਵਾਰ। ਪਵਨ ਪਾਣੀ ਅਗਨੀ ਪਾਤਾਲ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਤਿਸ ਵਿੱਚ ਜੀ ਜੁਗਤ ਕੇ ਰੰਗ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਤਿਸ ਵਿੱਚ ਇੱਥੇ ਜਮਕ ਹੈ, ਧਰਤੀ ਥਾਪ ਰੱਖੀ ਵਿਸਰਾਮ ਹੈ। ਹਾਂਜੀ। ਤਿਸ ਵਿੱਚ ਜੀ ਜੁਗਤ ਕੇ ਰੰਗ। ਤਿਨ ਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ। ਸੱਚਾ ਆਪ ਸੱਚਾ ਦਰਬਾਰ। ਤਿਥੈ ਸੋਹਨ ਪੰਚ ਪਰਵਾਣ। ਨਦਰੀ ਕਰਮ
ਪਵੈ ਨੀਸਾਨ ਕੱਚ ਪਕਾਈ ਉਥੈ ਪਾਇ ਨਾਨਕ ਗਿਆ ਜਾਪੈ ਜਾਇ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖਹ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਧੂ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾਨਵ ਮੁਨ ਕੀਤੇ ਕੀਤੇ ਰਤਨ ਸਮੁੰਦਾ ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਪਾਤ ਨਰਿੰਦਾ ਕੀਤੀਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਕੀਤੀਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨ ਅੰਤ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ਼। ਇਥੇ ਕਾਨ ਕੱਸ ਕੇ ਬੋਲਣਾ ਹੈ, ਕ੍ਰਿਸ਼ਨ ਤੋਂ ਭਾਵ ਹੈ ਵਾਹਿਗੁਰੂ ਦੇ ਸਰੂਪ ਵਿੱਚ ਕਿੰਨੇ ਹੀ ਕਾਨ ਤੇ ਕਿੰਨੇ ਮਹੇਸ਼ ਤੁਰੇ ਫਿਰਦੇ ਨੇ। ਸੋ ਇਸੇ ਪ੍ਰਕਾਰ ਕੀਤੀਆ ਕਰਮ ਭੂਮੀ ਜਮਕ ਹੈ, ਮੇਰ ਕੀਤੇ ਵਿਸ਼ਰਾਮ ਹੈ। ਕੀਤੇ ਇੰਦ ਚੰਦ ਜਮਕ ਸੂਰ ਕੀਤੇ ਇਥੇ ਵਿਸ਼ਰਾਮ ਹੈ ਜੀ। ਕੀਤੇ ਸਿੱਧ ਬੁੱਧ ਇਥੇ ਜਮਕ ਲੱਗਣੀ ਹੈ, ਨਾਥ ਕੀਤੇ ਵਿਸ਼ਰਾਮ ਹੈ। ਕੀਤੀਆ ਖਾਣੀ ਜਮਕ ਹੈ, ਕੀਤੀਆ ਬਾਣੀ ਤੇ ਵਿਸ਼ਰਾਮ ਹੈ। ਔਰ ਫਿਰ ਕੀਤੀਆ ਸੁਰਤੀ ਇਥੇ ਜਮਕ ਹੈ, ਸੇਵਕ ਕੀਤੇ ਨਾਨਕ ਅੰਤ ਨਾ ਅੰਤ। ਹਾਂਜੀ, ਆਮ ਤੌਰ ਤੇ ਕਈ ਅੱਧ ਵਿੱਚ ਵਿਸ਼ਰਾਮ ਲਾ ਕੇ ਤੇ ਕੀਤੇ ਕੀਤੇ ਇਕੱਠੇ ਬੋਲੀ ਜਾਂਦੇ ਨੇ ਕਿ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ, ਜੋ ਬਿਲਕੁਲ ਹੀ ਅਸ਼ੁੱਧ ਹੈ। ਕੀਤੇ ਤੇ ਵਿਸ਼ਰਾਮ ਲਾ ਕੇ ਅਗਲੇ ਕੀਤੇ ਤੋਂ ਪੰਗਤੀ ਦਾ ਅੱਧ ਅਗਲਾ ਸ਼ੁਰੂ ਹੁੰਦਾ ਹੈ ਜੀ। ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆ ਗੱਲਾ ਕਥੀਆ ਨਾ ਜਾਹਿ ਜੇ ਕੋ ਕਹੈ ਪਿਛੈ ਪਛੁਤਾਇ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਧ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹਿ ਤਾ ਕੇ ਰੂਪ ਨ ਕਥਨੇ ਜਾਹਿ ਨਾ ਓਹ ਮਰਹਿ ਨ ਠਾਗੇ ਜਾਹਿ ਜਿਨ ਕੈ ਰਾਮ ਵਸੈ ਮਨ ਮਾਹਿ ਤਿਥੈ ਭਗਤ ਵਸਹਿ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਇ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥਾ
ਤਾ ਅੰਤ ਨ ਅੰਤ। ਤਿਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵ ਕਾਰ। ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਨਾਨਕ ਕਥਨਾ ਕਰੜਾ ਸਾਰ। ਨਾਨਕ ਤੇ ਜਮਕ ਤੇ ਕਥਨਾ ਤੇ ਵਿਸ਼ਰਾਮ ਹੈ। ਨਾਨਕ ਕਥਨਾ ਕਰੜਾ ਸਾਰ। ਜਾਤ ਪਾਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ। ਅਹਰਣ ਮਤ, ਜਿਵੇਂ ਇਹ ਵਿਸ਼ਰਾਮ ਗੁਰਮੁਖਾਂ ਨੇ ਕੀਤਾ ਹੈ। ਅਹਰਣ ਵੀ ਨਹੀਂ ਬੋਲਣਾ ਤੇ ਆਹਰਣ ਵੀ ਨਹੀਂ ਬੋਲਣਾ। ਅਹਰਣ ਮਤ ਵੇਦ ਹਥਿਆਰ। ਭਉ ਖੱਲਾ, ਇਹ ਅਦਕ ਲਾ ਕੇ ਅਦਕ ਦੀ ਆਵਾਜ਼ ਦੇ ਕੇ ਪਾਠ ਹੈ। ਭਉ ਖੱਲਾ। ਹਾਂਜੀ। ਭਉ ਖੱਲਾ ਅਗਨ ਤਪ ਤਾਉ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ। ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨ ਕਾਰ। ਜਿਨ ਕਉ ਨਦਰ ਕਰਮ ਤੈਨ ਕਾਰ। ਆਮ ਆਪਾਂ ਬੋਲ ਜਾਂਦੇ ਆ ਕਿ ਜਿਨ ਕਉ ਨਦਰ ਕਰਮ ਤਿਨ ਕਾਰ, ਸੋ ਉਹ ਅਸ਼ੁੱਧ ਹੈ। ਜਿਨ ਕਉ ਨਦਰ ਕਰਮ, ਜਿਨ੍ਹਾਂ ਤੇ ਕਰਮ ਭਾਵ ਬਖਸ਼ਿਸ਼ ਭਰੀ ਨਜ਼ਰ ਹੋ ਗਈ, ਤੈਨ ਕਾਰ, ਉਹਨਾਂ ਨੂੰ ਭਾਉ ਭਗਤੀ ਰੂਪੀ ਕਰਤੱਵ ਪ੍ਰਾਪਤ ਹੁੰਦਾ ਹੈ। ਜਿਨ ਕਉ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਸੰਗਤਾਂ ਨਾਲ ਬੋਲਣ ਦੀ ਨਾ ਕਿਰਪਾਲਤਾ ਕਰੋ, ਸਿਰਫ ਸੁਣਨਾ ਹੈ ਔਰ ਪਾਠਾਂ ਦੇ ਵਿਸ਼ਰਾਮਾਂ ਤੇ ਉਚਾਰਨਾਂ ਨੂੰ ਸਮਝਣਾ ਹੈ। ਕੋਈ ਨਾਲ ਨਾ ਬੋਲੇ। ਹਾਂਜੀ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ। ਪਵਨ ਗੁਰੂ ਇੱਥੇ ਜਮਕ ਹੈ, ਪਾਣੀ ਪਿਤਾ ਵਿਸ਼ਰਾਮ ਹੈ। ਮਾਤਾ ਧਰਤ ਮਹੱਤ, ਇੱਥੇ ਆਪਾਂ ਮਹੱਤ ਬੋਲਣਾ ਹੈ। ਤੇ ਦਿਵਸ ਰਾਤ ਦੋਏ ਜਮਕ ਲਗਾ ਕੇ ਦਾਈ ਦਾਇਆ। ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ। ਜਗਤ ਨਹੀਂ ਬੋਲਣਾ, ਜਗਤ ਬੋਲਣਾ ਹੈ। ਹਾਂਜੀ। ਚੰਗਿਆਈਆ ਬੁਰਿਆਈਆ, ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੇ, ਕੇ ਨੇੜਾ ਕੇ ਦੂਰ। ਕੇ ਨੇੜੇ ਕੇ ਦੂਰ। ਆਪਾਂ ਕਈ ਵਾਰ ਇੱਥੇ ਲਗਾ ਮਾਤਰਾ ਦਾ ਫਰਕ ਪਾ ਜਾਂਦੇ, ਕੇ ਨੇੜੇ ਕੇ ਦੂਰ, ਜਾਂ ਕੇ ਨੇੜਾ ਕੈ ਦੂਰ ਪੜ੍ਹ ਜਾਂਦੇ ਹਾਂ। ਕੇ ਨੇੜਾ ਕੇ ਦੂਰ, ਇਉਂ ਖਿਆਲ ਰੱਖ ਕੇ ਪਾਠ ਕਰਨਾ ਜੀ। ਜਿਨੇ ਨਾਮ ਧਿਆਇਆ, ਗਏ ਮਸਕਤ ਕਾਲ। ਸੱਸੇ ਉੱਪਰ ਅਦਕ ਦੀ ਆਵਾਜ਼ ਰੱਖਦਿਆਂ ਹੋਇਆਂ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਜਿਨੇ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।